ਹੈਲੋ एवरीवन, मेरा नाम संदीप सिंह, ਕੰਪਿਊਟਰ ਅਧਿਆਪਕ ਸਰਕਾਰੀ ਹਾਈ ਸਕੂਲ ਰੱਤਾ ਬਦਾਲ ਗੁਰਦਾਸਪੁਰ। ਅੱਜ ਦੀ ਮੇਰੀ ਵੀਡੀਓ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 6ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੈ। ਸੋ 6ਵੀਂ ਜਮਾਤ ਦੇ ਵਿਦਿਆਰਥੀਆਂ ਦਾ ਤੀਸਰਾ ਚੈਪਟਰ ਹੈਗਾ ਬੱਚੋ ਵਿੰਡੋਜ਼ ਨਾਲ ਜਾਣ ਪਛਾਣ। ਸੋ ਇਸ ਚੈਪਟਰ ਬਾਰੇ ਅੱਜ ਅਸੀਂ ਜਾਣਕਾਰੀ ਹਾਸਲ ਕਰਾਂਗੇ। ਵਿੰਡੋਜ਼ ਬਾਰੇ ਜਾਣਕਾਰੀ ਹਾਸਲ ਕਰਾਂਗੇ ਬੱਚਿਓ ਕਿ ਵਿੰਡੋ ਕੀ ਹੁੰਦੀ ਹੈ, ਅਸੀਂ ਇਹਨੂੰ ਕਿੱਦਾਂ ਚਲਾਉਣਾ ਹੈ। ਸੋ ਅਸੀਂ ਆਪਣੇ ਕੰਪਿਊਟਰ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਕਿ ਅਸੀਂ ਕੰਪਿਊਟਰ ਨੂੰ ਔਨ ਕਿਸ ਤਰ੍ਹਾਂ ਕਰਨਾ ਹੈ ਜਾਂ ਕੰਪਿਊਟਰ ਨੂੰ ਬੰਦ ਕਿਸ ਤਰ੍ਹਾਂ ਕਰਨਾ ਹੈ। ਸਾਰੇ ਪ੍ਰੋਸੈਸ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ। ਸੋ 6ਵੀਂ ਜਮਾਤ ਦੇ ਵਿਦਿਆਰਥੀ ਮੇਰੀ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖਣ। ਸੋ ਪਾਠ ਤੀਸਰਾ ਬੱਚੋ ਵਿੰਡੋਜ਼ ਨਾਲ ਜਾਣ ਪਛਾਣ। ਉਸ ਤੋਂ ਪਹਿਲਾਂ ਬੱਚੋ ਸਾਨੂੰ ਥੋੜੀ ਜਿਹੀ ਜਾਣ ਪਛਾਣ ਕਰਨੀ ਪਏਗੀ ਆਪਰੇਟਿੰਗ ਸਿਸਟਮ ਦੇ ਨਾਲ ਕਿ ਆਪਰੇਟਿੰਗ ਸਿਸਟਮ ਕੀ ਹੁੰਦਾ ਹੈ ਜਾਂ ਉਹਦੇ ਕੀ ਬੈਨੀਫਿਟਸ ਹੈਗੇ ਨੇ ਜਾਂ ਇਹ ਆਪਰੇਟਿੰਗ ਸਿਸਟਮ ਕਿਉਂ ਲੋੜ ਹੁੰਦੀ ਹੈ ਸਾਨੂੰ ਕੰਪਿਊਟਰ ਦੇ ਵਿੱਚ। ਸੋ ਬੱਚੋ ਕੰਪਿਊਟਰ ਨੂੰ ਚਲਾਉਣ ਵਾਸਤੇ ਸਾਨੂੰ ਆਪਰੇਟਿੰਗ ਸਿਸਟਮ ਦੀ ਜ਼ਰੂਰਤ ਹੁੰਦੀ ਹੈ। ਬਿਨਾਂ ਆਪਰੇਟਿੰਗ ਸਿਸਟਮ ਦੇ ਸਾਡਾ ਕੰਪਿਊਟਰ ਨਹੀਂ ਚੱਲ ਸਕਦਾ। ਕੰਪਿਊਟਰ ਦੇ ਆਪਰੇਟਿੰਗ ਸਿਸਟਮ ਕੀ ਕਰਦਾ ਹੈਗਾ ਕੰਪਿਊਟਰ ਦੇ ਵਿੱਚ, ਇਹ ਸਾਡੇ ਹਾਰਡਵੇਅਰ ਅਤੇ ਸੌਫਟਵੇਅਰ ਨੂੰ ਆਪਸ ਦੇ ਵਿੱਚ ਮਰਜ ਕਰਕੇ ਤੇ ਪੂਰੇ ਸਿਸਟਮ ਨੂੰ ਚਲਾਉਣ ਦੇ ਵਿੱਚ ਮਦਦ ਕਰਦਾ ਹੈ। ਆਪਰੇਟਿੰਗ ਸਿਸਟਮ ਦੱਸਦਾ ਹੈ ਕਿ ਕਿਹੜੇ ਹਾਰਡਵੇਅਰ ਨੂੰ ਕਿਸ ਤਰ੍ਹਾਂ ਵਰਤਣਾ ਹੈ, ਕਿਹੜੇ ਸੌਫਟਵੇਅਰ ਨੇ ਕਿਸ ਤਰ੍ਹਾਂ ਕੰਮ ਕਰਨਾ ਹੈ। ਇਹ ਸਾਰੀ ਜਿਹੜੀ ਵਰਕਿੰਗ ਹੈਗੀ ਆ ਉਹ ਇੱਕ ਆਪਰੇਟਿੰਗ ਸਿਸਟਮ ਦੁਆਰਾ ਕੀਤੀ ਜਾਂਦੀ ਹੈ। ਸੋ ਆਪਰੇਟਿੰਗ ਸਿਸਟਮ ਦੇ ਬਿਨਾਂ ਬੱਚੋ ਸਾਡਾ ਕੰਪਿਊਟਰ ਜਿਹੜਾ ਹੈਗਾ ਉਹ ਕੰਮ ਨਹੀਂ ਕਰ ਸਕਦਾ। ਡਿਫਰੈਂਟ ਟਾਈਪਸ ਦੇ ਜਿਹੜੇ ਆਪਰੇਟਿੰਗ ਸਿਸਟਮ ਸਾਡੇ ਕੋਲ ਅਵੇਲੇਬਲ ਨੇ, ਜਿਸ ਤਰ੍ਹਾਂ ਵਿੰਡੋਜ਼ 7 ਹੈ, ਠੀਕ ਹੈ, ਲਾਈਨੈਕਸ ਹੈ, ਯੂਨਿਕਸ ਹੈ। ਸੋ ਇਸ ਤਰ੍ਹਾਂ ਦੇ ਡਿਫਰੈਂਟ ਟਾਈਪਸ ਦੇ ਸਾਡੇ ਕੋਲ ਆਪਰੇਟਿੰਗ ਸਿਸਟਮ ਜਿਹੜੇ ਨੇ ਉਹ ਅਵੇਲੇਬਲ ਨੇ। ਡੌਸ ਹੈ। ਸੋ ਅਸੀਂ ਜਿਹੜਾ ਆਪਣੇ ਕੰਪਿਊਟਰ ਦੇ ਵਿੱਚ ਯੂਜ਼ ਕਰਾਂਗੇ ਉਹ ਹੈਗੀ ਆ ਬੱਚੋ ਵਿੰਡੋ 7। ਵਿੰਡੋ 7 ਦੇ ਨਾਲ ਅਸੀਂ ਕਿਸ ਤਰ੍ਹਾਂ ਜਿਹੜੀ ਹੈਗੀ ਆ ਆਪਣੇ ਕੰਪਿਊਟਰ ਸਿਸਟਮ ਨੂੰ ਚਲਾ ਸਕਦੇ ਆ। ਸੋ ਆਪਰੇਟਿੰਗ ਸਿਸਟਮ ਦੀ ਇੱਕ ਉਦਾਹਰਣ ਵਿੰਡੋ 7 ਹੈ ਜਿਹਨੂੰ ਅਸੀਂ ਵਰਤ ਕੇ ਦੇਖਾਂਗੇ, ਜਾਂ ਇਹਦੇ ਵਿੱਚ ਡਿਫਰੈਂਟ ਆਪਸ਼ਨ ਜਿਹੜੀਆਂ ਹੈਗੀਆਂ ਨੇ ਉਹਨੂੰ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਇੱਕ ਆਪਰੇਟਿੰਗ ਸਿਸਟਮ ਜਿਹੜਾ ਹੈਗਾ ਆ ਉਹ ਸਾਡੇ ਕੋਲ ਇਨਪੁਟ ਆਉਟਪੁੱਟ ਨੂੰ ਹੈਂਡਲ ਕਰੇਗਾ। ਜਿਹੜੀ ਅਸੀਂ ਇਨਪੁਟ ਦਵਾਂਗੇ ਉਹਨੂੰ ਅਸੈਪਟ ਕਰੇਗਾ ਤੇ ਉਹਨੂੰ ਉਹਦੇ ਅਕੋਰਡਿੰਗ ਸਾਨੂੰ ਜਿਹੜੇ ਰਿਜ਼ਲਟਸ ਹੈਗੇ ਆ ਉਹ ਡਿਸਪਲੇ ਕਰੇਗਾ। ਸੋ ਸਭ ਤੋਂ ਪਹਿਲਾਂ ਅਸੀਂ ਵਿੰਡੋ 7 ਬਾਰੇ ਥੋੜੀ ਜੀ ਜਾਣਕਾਰੀ ਹਾਸਲ ਕਰਦੇ ਹਾਂ ਬੱਚੋ। ਵਿੰਡੋ 7 ਕੀ ਹੈ? ਵਿੰਡੋ 7 ਇੱਕ ਆਪਰੇਟਿੰਗ ਸਿਸਟਮ ਹੈ ਜਿਹੜਾ ਸਾਡੇ ਕੰਪਿਊਟਰ ਨੂੰ ਚਲਾਉਣ ਵਿੱਚ ਮਦਦ ਕਰਦਾ ਹੈ। ਵਿੰਡੋਜ਼ 7 ਕਿਸ ਤਰ੍ਹਾਂ ਦਾ ਆਪਰੇਟਿੰਗ ਸਿਸਟਮ ਹੈ ਬੱਚਿਓ? ਵਿੰਡੋ 7 ਜਿਹੜਾ ਹੈਗਾ ਹੈ GUI ਆਪਰੇਟਿੰਗ ਸਿਸਟਮ ਹੈ। ਇਹਨੂੰ ਅਸੀਂ GUI ਆਪਰੇਟਿੰਗ ਸਿਸਟਮ ਬੱਚਿਓ ਕਹਿੰਦੇ ਆ। ਸੋ GUI ਦਾ ਕੀ ਮੀਨਿੰਗ ਹੈਗਾ ਹੈ? ਜੀ ਤੋਂ ਬੱਚੋ ਹੈਗਾ ਗ੍ਰਾਫਿਕਲ, ਯੂ ਤੋਂ ਯੂਜ਼ਰ, ਆਈ ਤੋਂ ਇੰਟਰਫੇਸ। ਗ੍ਰਾਫਿਕਲ ਯੂਜ਼ਰ ਇੰਟਰਫੇਸ ਸਾਡਾ ਜਿਹੜਾ ਵਿੰਡੋ 7 ਜਿਹੜਾ ਆਪਰੇਟਿੰਗ ਸਿਸਟਮ ਹੈ, ਇਟ ਮੀਨਸ ਕਿ ਸਾਡੇ ਕੋਲ ਜਿੰਨਾ ਵੀ ਆਪਰੇਟਿੰਗ ਸਿਸਟਮ ਦੇ ਵਿੱਚ ਅਵੇਲੇਬਲ ਹੋਣਗੀਆਂ ਕਮਾਂਡਸ ਉਹ ਸਾਰੀਆਂ ਗ੍ਰਾਫਿਕਲ ਵੇ ਦੇ ਨਾਲ ਹੋਣਗੀਆਂ, ਜਿਹਦੇ ਵਿੱਚ ਮਾਊਸ ਦੀ ਮਦਦ ਦੇ ਨਾਲ ਅਸੀਂ ਕਲਿੱਕ ਕਰਕੇ ਆਸਾਨੀ ਦੇ ਨਾਲ ਆਪਣੇ ਪ੍ਰੋਗਰਾਮ ਜਿਹੜੇ ਚਲਾ ਸਕਦੇ ਆ, ਜਾਂ ਸਾਰੇ ਜਿਹੜਾ ਵਿੰਡੋ ਆਪਰੇਟਿੰਗ ਸਿਸਟਮ ਇਹਨੂੰ ਆਸਾਨੀ ਦੇ ਨਾਲ ਆਪਰੇਟ ਕੀਤਾ ਜਾ ਸਕਦਾ ਹੈ। ਸੋ ਇਹਦਾ ਜਿਹੜਾ ਇਨਵਾਇਰਨਮੈਂਟ ਹੈਗਾ ਉਹ ਗ੍ਰਾਫਿਕਲ ਯੂਜ਼ਰ ਇੰਟਰਫੇਸ ਹੈਗਾ ਹੈ, ਆਸਾਨ ਹੈਗਾ ਹੈ, ਅਸੀਂ ਇਹਨੂੰ ਆਰਾਮ ਦੇ ਨਾਲ ਵਰਤ ਸਕਦੇ ਆ। ਸੋ ਇਹਦੇ ਲਈ ਸਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਹੈ, ਆਪਣੇ ਕੰਪਿਊਟਰ ਨੂੰ ਅਸੀਂ ਕਿਸ ਤਰ੍ਹਾਂ ਚਲਾਉਣਾ ਹੈ ਬੱਚੇ ਉਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਆ। ਕੰਪਿਊਟਰ ਨੂੰ ਕਿਵੇਂ ਸ਼ੁਰੂ ਕਰਨਾ ਹੈ? ਸਭ ਤੋਂ ਪਹਿਲਾਂ ਤੁਹਾਡਾ ਜਿਹੜਾ CPU ਹੈਗਾ ਹੈ ਜਿਹੜਾ ਤੁਹਾਡੇ ਕੋਲ, ਉਹ CPU ਦੇ ਵਿੱਚ ਇੱਕ ਪਾਵਰ ਬਟਨ ਹੋਏਗਾ ਬੱਚਿਓ। ਉਸ ਪਾਵਰ ਬਟਨ ਨੂੰ ਤੁਸੀਂ ਪ੍ਰੈਸ ਕਰਨਾ ਹੈ, ਠੀਕ ਹੈ। ਇਹ ਧਿਆਨ ਰੱਖਣਾ ਹੈ ਕਿ ਤੁਹਾਡਾ ਜਿਹੜਾ CPU ਹੈਗਾ ਹੈ ਜਾਂ ਤੁਹਾਡਾ ਪੂਰਾ ਸਿਸਟਮ ਹੈਗਾ ਹੈ ਉਹ ਜਿੱਥੇ ਵੀ ਤੁਹਾਡੇ ਆ ਲਾਈਟਸ ਦੀਆਂ ਪਾਵਰ ਕੇਬਲਸ ਜਿਹੜੀਆਂ ਉਹਦੀਆਂ ਪਲੱਗ ਹੋਣ ਤੇ ਔਨ ਹੋਣ ਤੇ ਲਾਈਟ ਆਉਂਦੀ ਹੋਵੇ, ਠੀਕ ਹੈ ਬੱਚਿਓ। ਫਿਰ ਤੁਸੀਂ ਉਹਦੇ ਬਾਅਦ ਕੀ ਕਰਨਾ, ਆਪਣੇ CPU ਦਾ ਜਿਹੜਾ ਪਾਵਰ ਬਟਨ ਹੈਗਾ ਉਹਨੂੰ ਔਨ ਕਰੋਗੇ। ਜਦੋਂ CPU ਦਾ ਪਾਵਰ ਬਟਨ ਔਨ ਕਰੋਗੇ ਤਾਂ ਆਟੋਮੈਟਿਕਲੀ ਸਾਡੇ ਕੰਪਿਊਟਰ ਦੀ ਜਿਹੜੀ ਮੁੱਢਲਾ ਪ੍ਰੋਸੈਸ ਹੈਗਾ ਉਹ ਸ਼ੁਰੂ ਹੋ ਜਾਏਗਾ। ਇਸ ਮੁੱਢਲੇ ਪ੍ਰੋਸੈਸ ਨੂੰ ਬੱਚੋ ਅਸੀਂ ਬੂਟਿੰਗ ਕਹਿੰਦੇ ਆ। ਸੋ ਸਾਡਾ ਕੰਪਿਊਟਰ ਜਿਹੜਾ ਬੂਟ ਹੋਣਾ ਸ਼ੁਰੂ ਹੋ ਜਾਏਗਾ, ਉਹਦੇ ਉੱਪਰ
कुछ नंबर्स आने शुरू हो जाएंगे। एक्चुअली वो कंप्यूटर ਜਿਹੜਾ ਹੈਗਾ ਹੈ ਸੈਲਫ ਡਾਇਗਨੋਸ ਕਰਦਾ ਹੈ, ਆਪਣੇ ਆਪ ਨੂੰ ਚੈੱਕ ਕਰਦਾ ਹੈ ਕਿ ਉਹਦੇ ਨਾਲ ਸਾਰੀਆਂ ਡਿਵਾਈਸਿਸ ਅਟੈਚ ਨੇ, ਇਨਪੁਟ ਆਊਟਪੁੱਟ ਡਿਵਾਈਸਿਸ ਅਟੈਚ ਨੇ। ਸੋ ਅਸੀਂ ਜਦੋਂ ਪਾਵਰ ਸਵਿਚ ਔਨ ਕਰਾਂਗੇ ਤਾਂ ਥੋੜੀ ਦੇਰ ਸਾਨੂੰ ਵੇਟ ਕਰਨੀ ਪਏਗੀ। ਉਹ ਵੇਟ ਜਿਹੜਾ ਇਸੇ ਲਈ ਕਰਨੀ ਪੈਂਦੀ ਹੈ ਕਿਉਂਕਿ ਕੰਪਿਊਟਰ ਜਿਹੜਾ ਬੂਟਿੰਗ ਦਾ ਪ੍ਰੋਸੈਸ ਹੈਗਾ ਹੈ ਉਹਨੂੰ ਇਨੀਸ਼ੀਅਲਾਈਜ਼ ਕਰਦਾ ਹੈ। ਸੋ ਥੋੜੀ ਦੇਰ ਬਾਅਦ ਕੀ ਹੋਏਗਾ, ਸਾਡੇ ਕੋਲ ਇੱਕ ਲੌਗਇਨ ਦੀ ਸਕਰੀਨ ਸਾਡੇ ਸਾਹਮਣੇ ਖੁੱਲ ਜੇਗੀ। ਜੇਕਰ ਅਸੀਂ ਐਨ ਕੰਪਿਊਟਿੰਗ ਯੂਜ਼ ਕਰ ਰਹੇ ਹਾਂ ਤਾਂ ਉਹਦੇ ਸਾਹਮਣੇ, ਜਿਸ ਤਰ੍ਹਾਂ ਸਾਡੇ ਆਮ ਸਕੂਲਾਂ ਦੇ ਵਿੱਚ ਐਨ ਕੰਪਿਊਟਿੰਗ ਹੈਗੀ ਹੈ, ਤਾਂ ਸਾਡੇ ਕੋਲ ਸਾਹਮਣੇ ਲਿਖਿਆ ਆਏਗਾ ਪ੍ਰੈਸ ਅਲਟ ਕੰਟਰੋਲ ਐਂਡ ਡੈਲ। ਇਹ ਤਿੰਨਾਂ ਕੀਜ਼ ਨੂੰ ਬੱਚੋ ਅਸੀਂ ਇਕੱਠਿਆਂ ਪ੍ਰੈਸ ਕਰਨਾ ਹੈ। ਸਾਡੇ ਕੀਬੋਰਡ ਦੇ ਉੱਪਰ ਅਲਟ ਕੰਟਰੋਲ ਜਿਹੜੀਆਂ ਨਾਲ ਕੀ ਹੁੰਦੀਆਂ, ਤੀਸਰੀ ਡਿਲੀਟ ਕੀ ਜਿਹੜੀ ਸਾਈਡ ਤੇ ਹੁੰਦੀ ਹੈ। ਇੱਕ ਹੱਥ ਦੇ ਨਾਲ ਅਸੀਂ ਇਹਨਾਂ ਦੋਨਾਂ ਕੀ ਨੂੰ ਪ੍ਰੈਸ ਕਰਾਂਗੇ, ਦੂਸਰੇ ਹੱਥ ਨਾਲ ਅਸੀਂ ਆਪਣੀ ਡਿਲੀਟ ਕੀ ਨੂੰ ਪ੍ਰੈਸ ਕਰ ਦਿਆਂਗੇ। ਜਦੋਂ ਤਿੰਨੇ ਕੀ ਅਸੀਂ ਇਕੱਠੀਆਂ ਪ੍ਰੈਸ ਕਰਾਂਗੇ ਤਾਂ ਸਾਡੇ ਕੋਲ ਲੌਗਇਨ ਸਕਰੀਨ ਜਿਹੜੀ ਹੈਗੀ ਹੈ ਉਹ ਓਪਨ ਹੋ ਜਾਏਗੀ, ਜਿਹਦੇ ਵਿੱਚ ਬੱਚੋ ਫਿਰ ਅਸੀਂ ਆਪਣਾ ਯੂਜ਼ਰ ਨੇਮ ਐਂਡ ਪਾਸਵਰਡ, ਜਿਹੜਾ ਕਿ ਸਾਨੂੰ ਤੁਹਾਡੇ ਟੀਚਰਸ ਨੇ ਵੀ ਤੁਹਾਨੂੰ ਦੱਸਿਆ ਹੋਏਗਾ, ਜਿਸ ਤਰ੍ਹਾਂ ਕਈਆਂ ਦਾ ਡਿਫਾਲਟ ਯੂਜ਼ਰ ਨੇਮ ਸਕੂਲ ਹੈਗਾ ਹੈ, ਪਾਸਵਰਡ p@1। ਇਸੇ ਤਰ੍ਹਾਂ ਅਸੀਂ ਡਿਫਰੈਂਟ ਯੂਜ਼ਰ ਬਣਾਏ ਹੈਗੇ ਨੇ, ਯੂਜ਼ਰ 1, ਯੂਜ਼ਰ 2, ਯੂਜ਼ਰ 3, ਜਿਨ੍ਹਾਂ ਦੇ ਪਾਸਵਰਡ p@1 2 3 ਕਰਕੇ ਵੀ ਰੱਖੇ ਹੈਗੇ ਨੇ। ਜਾਂ ਕੋਈ ਵੀ ਇਹ ਯੂਜ਼ਰ ਨੇਮ ਪਾਸਵਰਡ ਤੁਹਾਡਾ ਚੇਂਜ ਵੀ ਹੋ ਸਕਦਾ ਹੈ, ਜਿਹੜਾ ਕਿ ਤੁਹਾਡੇ ਕੰਪਿਊਟਰ ਦੇ ਅਧਿਆਪਕ ਸਹਿਬਾਨ ਨੇ ਤੁਹਾਨੂੰ ਦੱਸਿਆ ਹੋਏਗਾ। ਤੁਸੀਂ ਉਹੀ ਯੂਜ਼ਰ ਨੇਮ ਐਂਡ ਪਾਸਵਰਡ ਜਿਹੜਾ ਉਹ ਟਾਈਪ ਕਰਕੇ ਐਂਟਰ ਕੀ ਪ੍ਰੈਸ ਕਰੋਗੇ। ਜੇਕਰ ਯੂਜ਼ਰ ਨੇਮ ਐਂਡ ਪਾਸਵਰਡ ਗਲਤ ਹੋਏਗਾ ਤਾਂ ਸਾਨੂੰ ਕੰਪਿਊਟਰ ਕਹਿ ਦੇਗਾ ਸੌਰੀ, ਯੂਜ਼ਰ ਨੇਮ ਪਾਸਵਰਡ ਜਿਹੜਾ ਰੋਂਗ ਹੈ। ਜੇਕਰ ਸਹੀ ਹੋਏਗਾ ਬੱਚਿਓ ਤਾਂ ਆਟੋਮੈਟਿਕਲੀ ਸਾਡੇ ਕੰਪਿਊਟਰ ਦਾ ਜਿਹੜਾ ਡੈਸਕਟਾਪ ਹੈਗਾ ਏ, ਜਿਹਦੇ ਵਿੱਚ ਅਸੀਂ ਵਿੰਡੋ ਦੇ ਵਿੱਚ ਕੰਮ ਕਰ ਸਕਨੇ ਆ, ਉਹ ਸਾਨੂੰ ਏਰੀਆ ਅਵੇਲੇਬਲ ਹੋ ਜਾਏਗਾ, ਜਿਹਨੂੰ ਅਸੀਂ ਪੂਰੇ ਏਰੀਆ ਨੂੰ ਡੈਸਕਟਾਪ ਕਹਿੰਦੇ ਆ, ਜਿਹਦੇ ਵਿੱਚ ਅਸੀਂ ਹੁਣ ਆਪਣੇ ਪ੍ਰੋਗਰਾਮ ਖੋਲ ਸਕਨੇ ਆ ਜਾਂ ਕਿਸੇ ਕਿਸਮ ਦਾ ਵੀ ਜੋ ਆਪਰੇਸ਼ਨ ਅਪਲਾਈ ਕਰਨਾ ਉਹ ਕਰ ਸਕਨੇ ਆ। ਸੋ ਸਹੀ ਯੂਜ਼ਰ ਨੇਮ ਐਂਡ ਪਾਸਵਰਡ ਦੇ ਬਾਅਦ ਐਂਟਰ ਪ੍ਰੈਸ ਕਰਨ ਦੇ ਬਾਅਦ ਆਟੋਮੈਟਿਕਲੀ ਸਾਨੂੰ ਡੈਸਕਟਾਪ ਸਾਡਾ ਜਿਹੜਾ ਅਵੇਲੇਬਲ ਹੋ ਜਾਏਗਾ। ਸੋ ਡੈਸਕਟਾਪ ਦੇ ਵਿੱਚ ਬੱਚੋ ਕੁਝ ਸਾਡੇ ਕੋਲ ਚੀਜ਼ਾਂ ਅਵੇਲੇਬਲ ਹੁੰਦੀਆਂ ਨੇ, ਆਓ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਇਹਦੇ ਬਾਰੇ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਪ੍ਰੈਕਟੀਕਲ ਕਰਕੇ ਦੱਸਣਾ ਚਾਹੁੰਦਾ। ਸੋ ਆਓ ਸਭ ਤੋਂ ਪਹਿਲਾਂ ਅਸੀਂ ਇਹਨਾਂ ਚੀਜ਼ਾਂ ਦਾ ਜਿਹੜਾ ਪ੍ਰੈਕਟੀਕਲ ਕਰਕੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਕੰਪਿਊਟਰ ਨੂੰ ਜਦੋਂ ਔਨ ਕਰਦੇ ਹਾਂ ਤੇ ਸਾਡੇ ਸਾਹਮਣੇ ਜਿਹੜਾ ਉਹ ਡੈਸਕਟਾਪ ਅਵੇਲੇਬਲ ਹੁੰਦਾ ਹੈ। ਉਹਦੇ ਬਾਅਦ ਇਹਦੇ ਵਿੱਚ ਕਿਹੜੇ ਆਈਕਨਸ ਅਵੇਲੇਬਲ ਨੇ ਜਾਂ ਕਿਸ ਤਰ੍ਹਾਂ ਯੂਜ਼ ਕਰਨਾ ਹੈ, ਇਹਦੇ ਬਾਰੇ ਜਿਹੜਾ ਫਿਰ ਤੁਹਾਨੂੰ ਜ਼ਿਆਦਾ ਡਿਟੇਲ ਦੇ ਵਿੱਚ ਪਤਾ ਚੱਲੇਗਾ। ਆਓ ਪਹਿਲਾਂ ਅਸੀਂ ਥੋੜੀ ਜਿਹੀ ਡੈਸਕਟਾਪ ਬਾਰੇ ਜਾਣਕਾਰੀ ਜਿਹੜੀ ਹਾਸਲ ਕਰਦੇ ਹਾਂ। ਸੋ ਪਿਆਰੇ ਬੱਚਿਓ, ਆਓ ਅਸੀਂ ਵਿੰਡੋ ਦੇ ਨਾਲ ਹੁਣ ਜਾਣ ਪਛਾਣ ਕਰਦੇ ਹਾਂ। ਵਿੰਡੋ 7 ਇਹ ਜਿਹੜਾ ਤੁਹਾਨੂੰ ਸਾਹਮਣੇ ਡੈਸਕਟਾਪ ਦਿਖਾਈ ਦੇ ਰਿਹਾ, ਵਿੰਡੋ 7 ਦਾ ਡੈਸਕਟਾਪ ਹੈ। ਆਓ ਇਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਕਿ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਨੇ। ਸਭ ਤੋਂ ਪਹਿਲਾਂ ਵਿੰਡੋ ਦੇ ਵਿੱਚ ਬੱਚੋ ਇਹ ਸਾਰਾ ਏਰੀਆ ਜਿੰਨਾ ਸਾਨੂੰ ਦਿਖਾਈ ਦੇ ਰਿਹਾ, ਇਹਨੂੰ ਅਸੀਂ ਡੈਸਕਟਾਪ ਕਹਿੰਦੇ ਆ ਸਾਰੇ ਏਰੀਏ ਨੂੰ। ਇਹਦੇ ਵਿੱਚ ਇਹ ਜੋ ਸਾਨੂੰ ਸਾਈਡ ਤੇ ਦਿਖਾਈ ਦੇ ਰਹੇ ਨੇ ਸਾਰੇ ਆਈਕਨਸ ਨੇ। ਸੋ ਆਈਕਨਸ ਦੱਸਦੇ ਨੇ ਕਿ ਕੋਈ ਫਾਈਲ ਹੈ ਜਾਂ ਫੋਲਡਰ ਹੈ ਜਾਂ ਕਿਸੇ ਪ੍ਰੋਗਰਾਮ ਦਾ ਸ਼ਾਰਟਕਟ ਹੈ, ਇੱਥੋਂ ਅਸੀਂ ਉਹ ਪ੍ਰੋਗਰਾਮ ਨੂੰ ਰਨ ਕਰ ਸਕਨੇ ਆ। ਸੋ ਇਹ ਡਿਫਰੈਂਟ ਟਾਈਪਸ ਦੇ ਸਾਡੇ ਕੋਲ ਆਈਕਨਸ ਨੇ। ਸੋ ਇਹਦੇ ਨੀਚੇ ਬੱਚੋ ਇਹ ਦੇਖੋ, ਸਭ ਤੋਂ ਪਹਿਲਾਂ ਆਉਂਦਾ ਹੈ ਸਟਾਰਟ ਬਟਨ, ਜਿਹਦੇ ਤੋਂ ਅਸੀਂ ਆਪਣੇ ਵੱਖੋ ਵੱਖਰੇ ਪ੍ਰੋਗਰਾਮਸ ਜਿੰਨੇ ਵੀ ਸਾਡੇ ਕੰਪਿਊਟਰ ਦੇ ਵਿੱਚ ਇੰਸਟਾਲ ਨੇ ਉਹਨਾਂ ਨੂੰ ਸਟਾਰਟ ਕਰ ਸਕਦੇ ਹਾਂ। ਤੇ ਇਹ ਜਿਹੜੀ ਬੱਚੋ ਥੱਲੇ ਨੀਚੇ ਲੰਬੀ ਪੱਟੀ ਆ ਰਹੀ ਹੈ, ਇਹਨੂੰ ਸਾਰੀ ਨੂੰ ਅਸੀਂ ਟਾਸਕ ਬਾਰ ਕਹਿੰਦੇ ਆ। ਇਹ ਸਾਡੀ ਸਾਰੀ ਦੀ ਸਾਰੀ ਟਾਸਕ ਬਾਰ ਹੈ। ਸੋ ਇਹਦੇ ਇਹ ਦੇਖੋ ਬੱਚੋ ਕਾਰਨਰ ਦੇ ਉੱਪਰ ਸਾਨੂੰ ਡੇਟ ਐਂਡ ਟਾਈਮ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਹੈ। ਨੈਟਵਰਕ ਦਾ ਆਈਕਨ, ਜੇਕਰ ਲੈਪਟਾਪ ਹੈ ਤਾਂ ਸਾਨੂੰ ਚਾਰਜਿੰਗ ਦਾ ਆਈਕਨ ਦਿਖਾਈ ਦੇਗਾ। ਸੋ ਇਹ ਸਾਡੀ ਜਿਹੜੀ ਲੰਬੀ ਪੱਟੀ ਹੈਗੀ ਇਹਨੂੰ ਅਸੀਂ ਇਹਦਾ ਟਾਸਕ ਬਾਰ ਕਹਿੰਦੇ ਆ। ਸੋ ਆਈਕਨਸ ਬਾਰੇ ਕੁਝ ਜਾਣਕਾਰੀ ਹਾਸਲ ਕਰਦੇ ਆ। ਸਭ ਤੋਂ ਪਹਿਲਾਂ ਬੱਚਾ ਦੇਖੋ ਹੈਗਾ ਮਾਈ ਕੰਪਿਊਟਰ ਦਾ ਆਈਕਨ ਹੈ। ਮਾਈ ਕੰਪਿਊਟਰ ਦੇ ਆਈਕਨ ਵਿੱਚ ਸਾਨੂੰ ਸਾਡੇ ਪੂਰੇ ਕੰਪਿਊਟਰ ਬਾਰੇ ਜਾਣਕਾਰੀ ਮਿਲਦੀ ਹੈ ਕਿ ਇਹਦੇ ਵਿੱਚ ਕਿਹੜੀਆਂ ਡਰਾਈਵਸ ਨੇ ਜਾਂ ਕਿਹੜੀਆਂ ਫਾਈਲਸ ਤੇ ਫੋਲਡਰ ਜਿਹੜੇ ਸਟੋਰ ਹੈਗੇ ਉਹਨੂੰ ਅਸੀਂ ਦੇਖ ਸਕਦੇ ਹਾਂ। ਆਪਣੇ ਕੰਪਿਊਟਰ ਵਿੱਚ ਝਾਤ ਮਾਰਨ ਦਾ ਇੱਕ ਤਰੀਕਾ ਹੈ ਮਾਈ ਕੰਪਿਊਟਰ ਦਾ ਆਈਕਨ। ਕਿਸੇ ਵੀ ਆਈਕਨ ਨੂੰ ਖੋਲ੍ਹਣਾ ਹੋਵੇ ਤਾਂ ਅਸੀਂ ਉਹਦੇ ਉੱਪਰ ਡਬਲ ਕਲਿੱਕ ਕਰਾਂਗੇ ਬਿਨਾਂ ਰੁਕੇ ਹੋਏ 2 ਵਾਰੀ ਮਾਊਸ ਦਾ। ਜੇਕਰ ਲੈਫਟ ਕਲਿੱਕ ਕਰਾਂਗੇ ਤਾਂ ਉਹ ਆਈਕਨ ਓਪਨ ਹੋ ਜਾਏਗਾ। ਇਹ ਦੇਖੋ ਬੱਚੋ ਮੈਂ ਕਲਿੱਕ ਕੀਤਾ ਤੇ ਓਪਨ ਹੋ ਗਿਆ ਹੈ। ਇਹਦੇ ਵਿੱਚ
ਇੱਧਰ ਇਹ ਜੋ ਦਿਖਾਈ ਦੇ ਰਿਹਾ ਦੇਖੋ, ਇਹ ਕੰਪਿਊਟਰ ਹੈ। ਕੰਪਿਊਟਰ ਦੇ ਵਿੱਚ ਇਹ ਸਾਡੀਆਂ ਡਰਾਈਵਸ ਹੁੰਦੀਆਂ ਨੇ, ਜਿਸ ਤਰ੍ਹਾਂ ਇਹਦੇ ਵਿੱਚ 3 ਡਰਾਈਵ ਨੇ। ਸੋ ਡਰਾਈਵ ਕਿਸੇ ਨੂੰ ਕਲਿੱਕ ਕਰਾਂਗੇ ਤਾਂ ਅੱਗੇ ਸਾਨੂੰ ਉਹਦੇ ਫੋਲਡਰ ਦਿਖਾਈ ਦੇਣਗੇ। ਕਿਸੇ ਵੀ ਫੋਲਡਰ ਤੇ ਕਲਿੱਕ ਕਰਾਂਗੇ ਤਾਂ ਇਸ ਏਰੀਆ 'ਚ ਸਾਨੂੰ ਉਹਦੇ ਜਿੰਨੀਆਂ ਵੀ ਉਸ ਫੋਲਡਰ ਦੇ ਵਿੱਚ ਫਾਈਲਸ ਜਾਂ ਸਬ ਫੋਲਡਰ ਹੋਣਗੇ ਉਹ ਦਿਖਾਈ ਦੇਣਗੇ। ਸੋ ਮਾਈ ਕੰਪਿਊਟਰ ਦੇ ਨਾਲ ਅਸੀਂ ਆਪਣੇ ਪੂਰੇ ਕੰਪਿਊਟਰ ਨੂੰ ਦੇਖ ਸਕਦੇ ਹਾਂ ਕਿ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸਟੋਰ ਨੇ। ਸੋ ਇਹਨੂੰ ਬੰਦ ਕਰਨ ਵਾਸਤੇ ਬੱਚੋ ਦੇਖੋ ਉੱਪਰ ਸਾਡੇ ਕੋਲ ਕ੍ਰੋਸ ਦਾ ਬਟਨ ਹੈ, ਕਲੋਜ਼ ਬਟਨ ਅਸੀਂ ਇਹਨੂੰ ਕਹਿੰਦੇ ਹਾਂ। ਇਹ ਤੋਂ ਅਸੀਂ ਇਹਨੂੰ ਬੰਦ ਕਰ ਸਕਦੇ ਹਾਂ, ਜਾਂ ਫਿਰ ਇਹ ਮਿਨੀਮਾਈਜ਼ ਦਾ ਬਟਨ ਹੈ। ਜੇਕਰ ਅਸੀਂ ਇਹਨੂੰ ਬੰਦ ਨਹੀਂ ਕਰਨਾ ਤਾਂ ਮਿਨੀਮਾਈਜ਼ ਕਰਕੇ ਟਾਸਕ ਬਾਰ ਦੇ ਉੱਪਰ ਲੈ ਸਕਦੇ ਹਾਂ। ਹੁਣ ਟਾਸਕ ਬਾਰ ਦੇ ਉੱਪਰ ਦੇਖੋ ਬੱਚੋ ਇੱਥੇ ਆ ਗਿਆ ਹੈ। ਇਹਨੂੰ ਦੁਬਾਰਾ ਕਲਿੱਕ ਕਰਾਂਗੇ ਤਾਂ ਫਿਰ ਤੋਂ ਓਪਨ ਹੋ ਜਾਏਗਾ। ਡੈਸਕਟਾਪ ਬਾਰੇ ਦੇਖਿਆ ਵੀ ਕਿਸ ਤਰ੍ਹਾਂ ਸਾਨੂੰ ਡੈਸਕਟਾਪ ਜਿਹੜਾ ਸ਼ੋ ਹੁੰਦਾ ਹੈ ਜਾਂ ਉਹਦੇ ਵਿੱਚ ਕਿਹੜੇ ਆਈਕਨਸ ਸ਼ੋ ਹੁੰਦੇ ਨੇ। ਐਕਚੁਅਲੀ ਮੈਂ ਪ੍ਰੈਕਟੀਕਲ ਤੁਹਾਨੂੰ ਪਹਿਲਾਂ ਦੱਸਿਆ ਤਾਂ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਥੋੜਾ ਫਿਰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦੇ ਜੇ ਪ੍ਰੈਕਟੀਕਲੀ ਜੇਕਰ ਉਹਨੂੰ ਦੇਖਿਆ ਹੋਏਗਾ ਤਾਂ। ਸੋ ਬੱਚੋ ਦੇਖੋ ਆਈਕਨਸ, ਜਿਸ ਤਰ੍ਹਾਂ ਤੁਸੀਂ ਪ੍ਰੈਕਟੀਕਲ ਦੇ ਵਿੱਚ ਵੀ ਦੇਖਿਆ, ਜਿਹੜੇ ਸਾਨੂੰ ਸਮਾਲ ਪਿਕਚਰਸ ਡੈਸਕਟਾਪ ਦੇ ਉੱਪਰ ਦਿਖਾਈ ਦਿੰਦੀਆਂ ਨੇ ਉਹਨੂੰ ਅਸੀਂ ਆਈਕਨਸ ਕਹਿੰਦੇ ਆ। ਸੋ ਡਿਫਰੈਂਟ ਟਾਈਪ ਦੇ ਸਾਡੇ ਕੋਲ ਆਈਕਨ ਅਵੇਲੇਬਲ ਹੁੰਦੇ ਨੇ। ਅਸਲ 'ਚ ਬੱਚੋ ਆਈਕਨ ਹੁੰਦਾ ਕੀ ਹੈ? ਆਈਕਨ ਜਾਂ ਤਾਂ ਕਿਸੇ ਫੋਲਡਰ ਨੂੰ ਰਿਪਰੈਜ਼ੈਂਟ ਕਰੇਗਾ, ਜਾਂ ਕਿਸੇ ਫਾਈਲ ਨੂੰ ਰਿਪਰੈਜ਼ੈਂਟ ਕਰੇਗਾ, ਜਾਂ ਫਿਰ ਕਿਸੇ ਪ੍ਰੋਗਰਾਮ ਦੇ ਰਿਪਰੈਜ਼ੈਂਟ ਕਰੇਗਾ ਜਿਹਦੇ ਤੋਂ ਅਸੀਂ ਉਹ ਸ਼ਾਰਟਕਟ ਹੋਏਗਾ ਜਿਹਦੇ ਤੋਂ ਅਸੀਂ ਉਸ ਪ੍ਰੋਗਰਾਮ ਨੂੰ ਖੋਲ ਸਕਨੇ ਆ। ਸੋ ਆਈਕਨ ਜਿਹੜਾ ਉਹ ਇਹਨਾਂ ਚੀਜ਼ਾਂ ਚੋਂ ਕੁਝ ਵੀ ਹੋ ਸਕਦਾ ਹੈ। ਸੋ ਡਿਫਰੈਂਟ ਟਾਈਪ ਦੇ ਜਿਹੜੇ ਡਿਫਾਲਟ ਆਈਕਨ ਸਾਡੇ ਕੋਲ ਅਵੇਲੇਬਲ ਹੁੰਦੇ ਨੇ, ਆਓ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਸਭ ਤੋਂ ਪਹਿਲਾਂ ਬੱਚਾ ਮਾਈ ਕੰਪਿਊਟਰ, ਜਿਸ ਤਰ੍ਹਾਂ ਮੈਂ ਤੁਹਾਨੂੰ ਪ੍ਰੈਕਟੀਕਲ 'ਚ ਵੀ ਦੱਸਿਆ ਸੀਗਾ। ਮਾਈ ਕੰਪਿਊਟਰ ਆਈਕਨ ਨੂੰ ਜਦੋਂ ਅਸੀਂ ਕੰਪਿਊਟਰ ਓਪਨ ਕਰਾਂਗੇ, ਕਿਸੇ ਵੀ ਆਈਕਨ ਨੂੰ ਅਸੀਂ ਓਪਨ ਕਰਨਾ ਹੋਵੇ ਤਾਂ ਅਸੀਂ ਕੀ ਕਰਦੇ ਹਾਂ, ਉਹਦੇ ਉੱਪਰ ਡਬਲ ਕਲਿੱਕ ਕਰਾਂਗੇ, ਮਾਊਸ ਦਾ ਖੱਬਾ ਬਟਨ, ਠੀਕ ਹੈ। ਲੈਫਟ ਬਟਨ ਨੂੰ 2 ਵਾਰੀ ਕਲਿੱਕ ਕਰਨਾ ਹੈ ਬਿਨਾਂ ਡਿਲੇ ਦਿੱਤਿਆਂ, ਯਾਨੀ ਕਿ ਜਲਦੀ ਪ੍ਰੈਸ ਕਰਨਾ ਹੈ। ਸੋ ਦੋਨੇ ਜਦੋਂ ਅਸੀਂ 2 ਵਾਰੀ ਪ੍ਰੈਸ ਕਰਾਂਗੇ ਤਾਂ ਸਾਡਾ ਆਈਕਨ ਓਪਨ ਹੋ ਜਾਏਗਾ, ਠੀਕ ਹੈ। ਜਿਸ ਤਰ੍ਹਾਂ ਅਸੀਂ ਮਾਈ ਕੰਪਿਊਟਰ ਦੇ ਸਿੰਗਲ ਕਲਿੱਕ ਦੇ ਨਾਲ ਬੱਚੋ ਆਈਕਨ ਸਿਲੈਕਟ ਹੋਏਗਾ, ਡਬਲ ਕਲਿੱਕ ਦੇ ਨਾਲ ਓਪਨ ਹੋਏਗਾ। ਜਦੋਂ ਅਸੀਂ ਮਾਈ ਕੰਪਿਊਟਰ ਤੇ ਡਬਲ ਕਲਿੱਕ ਕਰਾਂਗੇ ਤਾਂ ਸਾਡੇ ਕੋਲ ਮਾਈ ਕੰਪਿਊਟਰ ਦੀ ਵਿੰਡੋ ਖੁੱਲ ਜਾਏਗੀ, ਜਿਹਦੇ ਵਿੱਚ ਸਾਡੀਆਂ ਸਾਰੀਆਂ ਡਰਾਈਵਸ, ਠੀਕ ਹੈ, ਐਂਡ ਫੋਲਡਰਸ ਐਂਡ ਫਾਈਲਸ ਜਿਹੜੀਆਂ ਸਾਨੂੰ ਅਵੇਲੇਬਲ ਹੋਣਗੀਆਂ। ਅਸੀਂ ਆਪਣੇ ਪੂਰੇ ਕੰਪਿਊਟਰ ਨੂੰ ਇਹਦੇ ਵਿੱਚ ਦੇਖ ਸਕਦੇ ਕਿ ਉਹਦੇ ਵਿੱਚ ਕਿਹੜੀ ਚੀਜ਼ ਸਟੋਰ ਹੈਗੀ ਹੈ। ਸੈਕੰਡ ਚੀਜ਼ ਬੱਚੋ ਆ ਜਾਂਦੀ ਹੈ ਸਾਡਾ ਆਈਕਨ ਨੈਟਵਰਕ। ਨੈਟਵਰਕ ਆਈਕਨ ਦੇ ਵਿੱਚ ਸਾਡੀਆਂ ਨੈਟਵਰਕਸ ਦੀਆਂ ਸੈਟਿੰਗਸ ਹੁੰਦੀਆਂ ਨੇ, ਜਾਂ ਅਸੀਂ ਕਿਹੜੀਆਂ ਡਿਵਾਈਸਿਸ ਦੇ ਨਾਲ ਅਟੈਚ ਆ ਨੈਟਵਰਕ ਦੀਆਂ, ਉਹ ਸਾਨੂੰ ਡਿਸਪਲੇ ਹੋਣਗੀਆਂ। ਸੋ ਇਹ ਤਾਂ ਹੀ ਡਿਸਪਲੇ ਹੋਏਗਾ ਜੇਕਰ ਅਸੀਂ ਨੈਟਵਰਕ ਦੇ ਨਾਲ ਕਨੈਕਟਡ ਆ। ਜਿਸ ਤਰ੍ਹਾਂ ਸਾਡਾ ਕੰਪਿਊਟਰ ਨੈਟਵਰਕ ਨਾਲ ਕਨੈਕਟਡ ਨਹੀਂ ਸੀ ਤਾਂ ਫਿਰ ਉਹਦੇ ਵਿੱਚ ਸਾਨੂੰ ਕੁਝ ਵੀ ਡਿਸਪਲੇ ਨਹੀਂ ਹੋਏਗਾ। ਤੀਸਰੀ ਚੀਜ਼ ਬੱਚੋ ਆ ਜਾਂਦੀ ਯੂਜ਼ਰ ਫਾਈਲਸ। ਅਸੀਂ ਜਿਹੜੇ ਵੀ ਯੂਜ਼ਰ ਦੇ ਨੇਮ ਦੇ ਅੰਡਰ ਲੌਗਇਨ ਆ, ਉਸ ਯੂਜ਼ਰ ਦੀਆਂ ਫਾਈਲ ਸਾਨੂੰ ਸਾਡੇ ਯੂਜ਼ਰ ਫਾਈਲਸ ਆਈਕਨ ਦੇ ਵਿੱਚ ਸ਼ੋ ਹੋਣਗੀਆਂ ਕਿ ਉਹਦੇ ਕਿਹੜੇ ਡਿਫਰੈਂਟ ਉਹਦੀਆਂ ਜਿਹੜੀਆਂ ਮਾਈ ਡਾਕੂਮੈਂਟਸ ਦੀਆਂ ਫਾਈਲਸ ਹੈਗੀਆਂ, ਪਿਕਚਰਸ, ਵੀਡੀਓ ਕਿਹੜੀਆਂ ਉਹਨੇ ਸਟੋਰ ਕੀਤੀਆਂ ਹੈਗੀਆਂ, ਜਾਂ ਕਿਹੜੀਆਂ ਉਹਨੇ ਆਪਣੀਆਂ ਪਰਸਨਲ ਫਾਈਲਸ ਬਣਾਈਆਂ ਨੇ, ਉਹ ਸਾਰੀਆਂ ਸਾਨੂੰ ਉਹਦੀਆਂ ਯੂਜ਼ਰ ਫਾਈਲਸ ਦੇ ਵਿੱਚ ਸ਼ੋ ਹੋਣਗੀਆਂ। ਤੀਸਰਾ ਬੱਚੋ ਫਿਰ ਫੋਰਥ ਆਈਕਨ ਹੈਗਾ ਰੀਸਾਈਕਲ ਬਿਨ। ਰੀਸਾਈਕਲ ਬਿਨ ਆਈਕਨ ਦੇ ਵਿੱਚ ਬੱਚੋ ਕੀ ਹੁੰਦਾ ਕਿ ਜੇਕਰ ਸਾਡੇ ਕੋਲ ਗਲਤੀ ਦੇ ਨਾਲ ਕੋਈ ਚੀਜ਼ ਡਿਲੀਟ ਹੋ ਜਾਂਦੀ ਹੈ ਤਾਂ ਉਹ ਰੀਸਾਈਕਲ ਬਿਨ ਦੇ ਵਿੱਚ ਚਲੀ ਜਾਂਦੀ ਹੈ। ਅਸੀਂ ਰੀਸਾਈਕਲ ਬਿਨ ਦੇ ਵਿੱਚ ਉਸ ਜਿਹੜੀ ਗਲਤੀ ਦੇ ਨਾਲ ਡਿਲੀਟ ਹੋਈ ਚੀਜ਼ ਨੂੰ ਵਾਪਸ ਬੁਲਾ ਸਕਨੇ ਆ, ਉਹਨੂੰ ਦੁਬਾਰਾ ਰੀਸਟੋਰ ਕਰ ਸਕਨੇ ਆ। ਸੋ ਰੀਸਾਈਕਲ ਬਿਨ ਦਾ ਬੇਸਿਕ ਪਰਪਸ ਇਹੀ ਹੈ ਕਿ ਜੇਕਰ ਬਾਈ ਮਿਸਟੇਕ ਸਾਡੇ ਕੋਲ ਕੋਈ ਚੀਜ਼ ਖਤਮ ਹੋ ਜਾਏ, ਡਿਲੀਟ ਹੋ ਜਾਏ, ਤਾਂ ਅਸੀਂ ਉਹਨੂੰ ਰੀਕਾਲ ਕਰ ਸਕੀਏ। ਸੋ ਇਹ ਡਿਫਰੈਂਟ ਟਾਈਪ ਦੇ ਆਈਕਨ ਸਾਡੇ ਕੋਲ ਅਵੇਲੇਬਲ ਨੇ। ਸਭ ਤੋਂ ਬੱਚੋ ਨੀਚੇ ਜਿਹੜੀ ਲੰਬੀ ਪੱਟੀ ਸਾਨੂੰ ਵਿੰਡੋ ਤੇ ਦਿਖਾਈ ਦਿੰਦੀ, ਉਹਨੂੰ ਅਸੀਂ ਉਹਦੀ ਟਾਸਕ ਬਾਰ ਕਹਿੰਦੇ ਆ, ਠੀਕ ਹੈ। ਟਾਸਕ ਬਾਰ ਦੇ ਉੱਪਰ ਡਿਫਰੈਂਟ ਬਟਨਸ ਅਵੇਲੇਬਲ ਹੁੰਦੇ ਨੇ, ਜਿਨ੍ਹਾਂ ਦਾ ਮੈਂ ਤੁਹਾਨੂੰ ਹੁਣੇ ਪ੍ਰੈਕਟੀਕਲ ਕਰਕੇ ਦੱਸਾਂਗਾ। ਇਹ ਕਿਹੜੇ ਬਟਨ ਹੁੰਦੇ ਨੇ? ਜਿਸ ਤਰ੍ਹਾਂ ਸਟਾਰਟ ਬਟਨ। ਫਸਟ ਬਟਨ ਕਿਹੜਾ ਹੁੰਦਾ ਬੱਚੋ? ਸਟਾਰਟ ਬਟਨ, ਜਿੱਥੋਂ ਅਸੀਂ ਕੋਈ ਵੀ ਪ੍ਰੋਗਰਾਮ ਚਲਾ ਸਕਦੇ ਆ, ਪ੍ਰੋਗਰਾਮ ਨੂੰ ਚਲਾ ਕੇ ਦੇਖ ਸਕਦੇ ਆ। ਸੈਕੰਡ ਬੱਚੋ ਬਟਨ ਆ ਜਾਂਦਾ ਫਿਰ ਕੁਇਕ ਲਾਂਚ ਆਈਕਨ। ਕੁਇਕ ਲਾਂਚ ਆਈਕਨ ਦੇ ਵਿੱਚ ਬੱਚੋ ਕੁਝ ਪ੍ਰੋਗਰਾਮ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਈਜ਼ੀਲੀ ਤੇ ਜਲਦੀ ਚਲਾ ਕੇ ਦੇਖਣਾ ਹੋਵੇ, ਉਹਨੂੰ ਅਸੀਂ ਕੁਇਕ ਲਾਂਚ ਆਈਕਨਸ ਦੇ ਵਿੱਚ ਦੇ ਸਕਦੇ ਆ, ਜਿਹਦੇ ਤੋਂ ਅਸੀਂ ਸਾਡਾ ਪ੍ਰੋਗਰਾਮ ਜਿਹੜਾ ਬਿਨਾਂ ਕਿਸੇ ਡਿਲੇ ਦੇ ਤੇ ਜਲਦੀ ਖੁੱਲ ਜਾਏਗਾ। ਸਾਨੂੰ ਫਾਈਂਡ ਆਊਟ ਨਹੀਂ ਕਰਨਾ ਪਏਗਾ ਕਿ ਉਹ ਪ੍ਰੋਗਰਾਮ ਕਿੱਥੇ ਆ। ਸਿੱਧਾ ਕੁਇਕ ਲਾਂਚ ਬਟਨ ਦੇ ਉੱਪਰ ਅਸੀਂ ਉਸ ਬਟਨ ਤੇ ਕਲਿੱਕ ਕਰਾਂਗੇ, ਪ੍ਰੋਗਰਾਮ ਓਪਨ ਹੋ ਜਾਏਗਾ। ਉਹਦੇ ਬਾਅਦ ਅੱਗੇ ਬੱਚੋ ਆ ਜਾਂਦੇ ਐਕਟਿਵ ਪ੍ਰੋਗਰਾਮ। ਜਿੰਨੇ ਵੀ ਸਾਡੇ ਪ੍ਰੋਗਰਾਮ ਅਸੀਂ ਖੋਲਦੇ ਆ ਉਹ ਸਾਰੇ ਸਾਡੇ ਟਾਸਕ ਬਾਰ ਦੇ ਉੱਪਰ ਸਾਨੂੰ ਦਿਖਾਈ ਦੇਣਗੇ। ਸਾਨੂੰ ਪਤਾ ਚੱਲ ਜਾਏਗਾ ਕਿ ਐਟ ਅ ਟਾਈਮ ਤੇ ਅਸੀਂ ਕਿੰਨੇ ਜਿਹੜੇ ਪ੍ਰੋਗਰਾਮ ਖੋਲੇ ਹੈਗੇ ਨੇ। ਅਸਲ 'ਚ ਬੱਚੋ
ਵਿੰਡੋਜ਼ ਅਸੀਂ ਇਹਨੂੰ ਕਿਉਂ ਕਹਿੰਦੇ ਆ, ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਵਿੰਡੋ ਅਸੀਂ ਇਹਨੂੰ ਇਸ ਕਰਕੇ ਕਹਿੰਦੇ ਕਿਉਂਕਿ ਅਸੀਂ ਕੋਈ ਵੀ ਜਿਹੜਾ ਪ੍ਰੋਗਰਾਮ ਖੋਲਦੇ ਆ ਕੰਪਿਊਟਰ ਦੇ ਵਿੱਚ, ਉਹ ਇੱਕ ਫਰੇਮ ਦੇ ਵਿੱਚ ਖੁੱਲਦਾ ਹੈ। ਉਸ ਫਰੇਮ ਨੂੰ ਅਸੀਂ ਉਹਦੀ ਵਿੰਡੋ ਕਹਿੰਦੇ ਆ। ਸੋ ਕਰੰਟਲੀ ਅਸੀਂ ਇੱਕ ਜਿਹੜਾ ਸਾਡਾ ਹੈਗਾ ਹੈ ਡੈਸਕਟਾਪ ਜਾਂ ਵਿੰਡੋ ਦੇ ਵਿੱਚ ਅਸੀਂ ਮਲਟੀਪਲ ਪ੍ਰੋਗਰਾਮ ਜਿਹੜੇ ਖੋਲ ਸਕਦੇ, ਕਿਉਂਕਿ ਵਿੰਡੋ ਸਾਡੀ ਮਲਟੀ ਪ੍ਰੋਗਰਾਮਿੰਗ ਦੇ ਬੇਸਡ ਹੈਗੀ ਆ। ਸੋ ਇਹਦਾ ਮਤਲਬ ਅਸੀਂ ਇੱਕ ਤੋਂ ਜ਼ਿਆਦਾ ਫਰੇਮਸ ਜਿਹੜੇ ਹੈਗੇ ਉਹਨੂੰ ਓਪਨ ਕਰ ਸਕਦੇ ਆ। ਉਹ ਫਰੇਮਸ ਨੂੰ ਅਸੀਂ ਆਪਣੀ ਮਰਜ਼ੀ ਦੇ ਨਾਲ ਕਲੋਜ਼ ਕਰ ਸਕਦੇ ਆ, ਰੀਸਟੋਰ ਕਰ ਸਕਦੇ ਆ, ਜਾਂ ਮਿਨੀਮਾਈਜ਼ ਕਰ ਸਕਦੇ ਆ, ਜਾਂ ਮੈਕਸਿਮਾਈਜ਼ ਕਰ ਸਕਦੇ ਆ। ਇਹ ਸਾਡੇ ਕੋਲ ਡਿਫਰੈਂਟ ਆਪਸ਼ਨ ਅਵੇਲੇਬਲ ਹੁੰਦੀਆਂ ਨੇ। ਸੋ ਐਕਟਿਵ ਪ੍ਰੋਗਰਾਮ ਕਿਹੜੇ ਨੇ, ਜਿੰਨੀਆਂ ਵੀ ਅਸੀਂ ਵਿੰਡੋ ਖੋਲੀਆਂ ਨੇ, ਜਿੰਨੇ ਵੀ ਅਸੀਂ ਫਰੇਮ ਓਪਨ ਕੀਤੇ ਨੇ, ਉਹ ਸਾਡੇ ਐਕਟਿਵ ਪ੍ਰੋਗਰਾਮ ਦੇ ਵਿੱਚ ਆਉਣਗੇ। ਉਹਦੇ ਬਾਅਦ ਬੱਚੋ ਸਾਡੇ ਕੋਲ ਨੈਕਸਟ ਆ ਜਾਂਦਾ ਨੋਟੀਫਿਕੇਸ਼ਨ ਏਰੀਆ ਐਂਡ ਡੇਟ ਐਂਡ ਟਾਈਮ। ਡੇਟ ਐਂਡ ਟਾਈਮ ਮੀਨਸ ਕਿ ਉੱਥੇ ਸਾਡੇ ਕੋਲ ਲਾਸਟ ਤੇ ਡੇਟ ਐਂਡ ਟਾਈਮ ਡਿਸਪਲੇ ਹੋ ਰਿਹਾ ਹੈ ਕਿ ਅੱਜ ਦਾ ਡੇਟ ਐਂਡ ਟਾਈਮ ਕੀ ਹੈਗਾ ਹੈ। ਜਾਂ ਨੋਟੀਫਿਕੇਸ਼ਨ ਏਰੀਆ ਦੇ ਵਿੱਚ ਸਾਨੂੰ ਡਿਫਰੈਂਟ ਟਾਈਪ ਦੇ ਜਿਹੜੇ ਨੋਟੀਫਿਕੇਸ਼ਨ ਵਿੰਡੋਜ਼ ਵੱਲੋਂ ਮਿਲਦੇ ਨੇ ਉਹ ਸ਼ੋ ਹੁੰਦੇ ਨੇ। ਇੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਕਿਹੜਾ ਵਿੰਡੋ ਨੋਟੀਫਿਕੇਸ਼ਨ ਭੇਜ ਰਹੀ ਹੈ। ਐਂਡ ਲਾਸਟ ਬਟਨ ਬੱਚਿਓ ਜਿਹੜਾ ਟਾਸਕ ਬਾਰ ਦਾ ਹੁੰਦਾ ਹੈ, ਉਹ ਹੁੰਦਾ ਸ਼ੋ ਡੈਸਕਟਾਪ, ਜਿਹਦੇ ਤੋਂ ਅਸੀਂ ਆਪਣਾ ਡੈਸਕਟਾਪ ਜਿਹੜਾ ਹੈਗਾ ਹੈ ਉਹਨੂੰ ਦੇਖ ਸਕਦੇ ਹਾਂ। ਸਪੋਜ਼ ਕਿ ਅਸੀਂ 10 ਪ੍ਰੋਗਰਾਮ ਓਪਨ ਕੀਤੇ ਨੇ ਜਾਂ 5 ਪ੍ਰੋਗਰਾਮ ਓਪਨ ਕੀਤੇ ਨੇ। ਹੁਣ ਜੇਕਰ ਅਸੀਂ ਕੋਈ ਹੋਰ ਪ੍ਰੋਗਰਾਮ ਨੂੰ ਓਪਨ ਕਰਨਾ ਚਾਹੁੰਦੇ ਜਾਂ ਆਪਣੇ ਡੈਸਕਟਾਪ ਨੂੰ ਦੇਖਣਾ ਚਾਹੁੰਦੇ ਆ, ਪਹਿਲਾਂ ਅਸੀਂ 5 ਪ੍ਰੋਗਰਾਮਾਂ ਨੂੰ ਮਿਨੀਮਾਈਜ਼ ਕਰਾਂਗੇ, ਠੀਕ ਹੈ। ਉਹਦੇ ਬਾਅਦ ਹੀ ਅਸੀਂ ਪ੍ਰੋਗਰਾਮ ਜਿਹੜਾ ਹੈਗਾ ਆਪਣਾ ਡੈਸਕਟਾਪ ਉਹਨੂੰ ਦੇਖ ਸਕਦੇ। ਸੋ ਇਨਸਟੈਡ ਆਫ ਕਿ ਅਸੀਂ 5 ਪ੍ਰੋਗਰਾਮ ਨੂੰ ਮਿਨੀਮਾਈਜ਼ ਕਰੀਏ, ਸਾਡੇ ਕੋਲ ਸ਼ੋ ਡੈਸਕਟਾਪ ਨਾਂ ਦਾ ਬਟਨ ਹੈਗਾ ਹੈ। ਅਸੀਂ ਇੱਥੇ ਕਲਿੱਕ ਕਰਾਂਗੇ, ਜਿੰਨੇ ਵੀ ਐਕਟਿਵ ਪ੍ਰੋਗਰਾਮ ਹੋਣਗੇ ਉਹਨਾਂ ਦੀ ਗਿਣਤੀ ਕੁਝ ਵੀ ਹੋ ਸਕਦੀ ਹੈ, 5 10, ਸਾਰੇ ਪ੍ਰੋਗਰਾਮ ਮਿਨੀਮਾਈਜ਼ ਹੋ ਕੇ ਟਾਸਕ ਬਾਰ ਤੇ ਆ ਜਾਣਗੇ ਤੇ ਸਾਨੂੰ ਸਾਡਾ ਡੈਸਕਟਾਪ ਜਿਹੜਾ ਅਵੇਲੇਬਲ ਹੋ ਜਾਏਗਾ। ਇਹ ਬੱਚੋ ਸ਼ੋ ਡੈਸਕਟਾਪ ਬਟਨ ਜਿਹੜਾ ਹੈਗਾ, ਇਹਦਾ ਕਰਕੇ ਹੀ ਇਹਨੂੰ ਅਸੀਂ ਪਾਵਰ ਟਾਸਕ ਬਾਰ ਕਹਿੰਦੇ ਆ, ਸਿਰਫ ਇੱਕ ਬਟਨ ਕਰਕੇ, ਕਿਉਂਕਿ ਇਹ ਸਾਡੇ ਲਈ ਬੜਾ ਹੈਲਪਫੁਲ ਹੈਗਾ ਹੈ ਸਾਰੇ ਪ੍ਰੋਗਰਾਮਾਂ ਨੂੰ ਮਿਨੀਮਾਈਜ਼ ਕਰਨ ਲਈ ਤੇ ਸਾਨੂੰ ਸਾਡਾ ਡੈਸਕਟਾਪ ਦਿਖਾਈ ਦੇਣ ਵਾਸਤੇ। ਸੋ ਅਸੀਂ ਸ਼ੋ ਡੈਸਕਟਾਪ ਬਟਨ ਜਿਹੜਾ ਯੂਜ਼ ਕਰ ਸਕਦੇ ਹਾਂ। ਹੁਣ ਬੱਚੋ ਥੋੜਾ ਜਿਹਾ ਪ੍ਰੈਕਟੀਕਲ ਦੇਖਨੇ ਆ ਵਿੰਡੋ ਬਾਰੇ ਤੇ ਉਹਦੇ ਬਾਅਦ ਕਿਸੇ ਵੀ ਵਿੰਡੋ ਨੂੰ ਬੰਦ ਕਰਨਾ ਹੋਵੇ ਤਾਂ ਬੱਚੋ ਅਸੀਂ ਇਹਦੇ ਕਲੋਜ਼ ਬਟਨ ਦੇ ਉੱਪਰ ਕਲਿੱਕ ਕਰਾਂਗੇ। ਕਲੋਜ਼ ਬਟਨ ਦੇ ਉੱਪਰ ਕਲਿੱਕ ਕਰਾਂਗੇ ਤੇ ਸਾਡੀ ਵਿੰਡੋ ਕਰੰਟ ਜਿਹੜੀ ਮਾਈ ਕੰਪਿਊਟਰ ਦੀ ਖੁੱਲੀ ਸੀ ਬੰਦ ਹੋ ਗਈ ਹੈ। ਇਹ ਸਾਨੂੰ ਹੁਣ ਫਿਰ ਸਾਰੇ ਦਾ ਸਾਰਾ ਜਿਹੜਾ ਸਾਡਾ ਡੈਸਕਟਾਪ ਹੈ ਉਹ ਸਾਨੂੰ ਮਿਲ ਗਿਆ ਹੈ। ਉਹਦੇ ਬਾਅਦ ਬੱਚੋ ਇਹਦੇ ਵਿੱਚ ਕੁਝ ਹੋਰ ਵੀ ਆਈਕਨ ਹੁੰਦੇ ਨੇ, ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਜਿਸ ਤਰ੍ਹਾਂ ਇਹ ਸਾਡੇ ਕੋਲ ਨੈਟਵਰਕ ਦਾ ਆਈਕਨ ਹੈਗਾ ਏ। ਨੈਟਵਰਕ ਦੇ ਆਈਕਨ ਦੇ ਵਿੱਚ ਬੱਚੋ ਨੈਟਵਰਕ ਬਾਰੇ ਪੂਰੀ ਇਨਫੋਰਮੇਸ਼ਨ ਹੁੰਦੀ ਹੈ। ਜੇਕਰ ਅਸੀਂ ਨੈਟਵਰਕ ਦੇ ਨਾਲ ਕਨੈਕਟਡ ਹਾਂ ਤਾਂ, ਪਰ ਕਹਿੰਦਾ ਕਿ ਸਾਡਾ ਕੰਪਿਊਟਰ ਜਿਹੜਾ ਉਹ ਨੈਟਵਰਕ ਦੇ ਨਾਲ ਕਨੈਕਟਡ ਨਹੀਂ ਹੈਗਾ ਕਿਉਂਕਿ ਇਹ ਸਿੰਗਲ ਕੰਪਿਊਟਰ ਹੈ। ਜੇਕਰ ਨੈਟਵਰਕ ਦੇ ਨਾਲ ਕਨੈਕਟਡ ਹੋਵਾਂਗੇ ਤਾਂ ਇੱਥੇ ਸਾਨੂੰ ਸਾਰੇ ਡਿਵਾਈਸਿਸ ਜਾਂ ਜਿੰਨੇ ਵੀ ਕੰਪਿਊਟਰ ਕਨੈਕਟਡ ਨੇ ਉਹ ਇੱਥੇ ਡਿਸਪਲੇ ਹੋ ਜਾਣਗੇ, ਅਸੀਂ ਉਹਨਾਂ ਨੂੰ ਦੇਖ ਸਕਾਂਗੇ। ਤੇ ਕਿਸੇ ਵੀ ਫਾਈਲ ਜਾਂ ਫੋਲਡਰ ਜਿਹੜੇ ਸਾਡੇ ਨੈਟਵਰਕ ਦੇ ਵਿੱਚ ਅਵੇਲੇਬਲ ਹੋਣਗੇ ਉਹਨਾਂ ਨੂੰ ਅਸੀਂ ਖੋਲ ਕੇ ਦੇਖ ਸਕਦੇ ਹਾਂ। ਉਹਦੇ ਬਾਅਦ ਬੱਚੋ ਨੈਕਸਟ ਆਈਕਨ ਸਾਡੇ ਕੋਲ ਹੈਗਾ ਏ ਯੂਜ਼ਰ ਫਾਈਲਸ ਦਾ। ਜਿਸ ਤਰ੍ਹਾਂ ਇਹ ਮੇਰਾ ਆਈਕਨ ਮੇਰੇ ਨਾਂ ਤੇ ਬਣਿਆ ਹੈਗਾ, ਸੰਦੀਪ ਨਾਂ ਦਾ ਫੋਲਡਰ ਹੈ। ਸੋ ਯੂਜ਼ਰ ਆਈਕਨ ਹੈ। ਸਾਡੀਆਂ ਜਿੰਨੀਆਂ ਵੀ ਆਪਣੀਆਂ ਯੂਜ਼ਰ ਦੀਆਂ ਫਾਈਲਸ ਐਂਡ ਫੋਲਡਰ ਨੇ ਉਹ ਸਾਰੀਆਂ ਦੇਖੋ ਬੱਚੋ ਇਹਦੇ ਵਿੱਚ ਸਟੋਰ ਹੁੰਦੀਆਂ ਨੇ। ਇਹਦੇ ਵਿੱਚ ਜਿੰਨੀਆਂ ਵੀ ਮੇਰੀਆਂ ਫਾਈਲਸ ਹੋਣਗੀਆਂ, ਮੇਰੇ ਡਾਕੂਮੈਂਟਸ ਹੋਣਗੇ, ਉਹ ਮੈਂ ਸਾਰੇ ਆਪਣੇ ਇਸ ਯੂਜ਼ਰ ਆਈਕਨ ਦੇ ਵਿੱਚ ਸੇਵ ਕੀਤੇ ਹੋਣਗੇ, ਜਿੱਥੋਂ ਮੈਂ ਕਿਸੇ ਨੂੰ ਵੀ ਓਪਨ ਕਰ ਸਕਦਾ ਹਾਂ। ਸੋ ਇਹ ਬੱਚੋ ਜਿਹੜੀ ਸਾਹਮਣੇ ਵਿੰਡੋ ਖੋਲਦੀ ਹੈਗੀ ਆ, ਇੱਕ ਫਰੇਮ ਖੋਲਦਾ, ਇਹਨੂੰ ਅਸੀਂ ਵਿੰਡੋ ਕਹਿੰਦੇ ਆ। ਆਓ ਇਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਜਿਸ ਤਰ੍ਹਾਂ ਇਹ ਸਾਡੇ ਸਾਹਮਣੇ ਇੱਕ ਫਰੇਮ ਖੁੱਲ ਗਿਆ ਹੈ, ਦੇਖੋ ਇਹਨੂੰ ਮੈਂ ਸਾਈਜ਼ ਛੋਟਾ ਕਰ ਲਿਆ ਹੈ। ਇਹ ਵਾਲਾ ਪੂਰਾ ਫਰੇਮ ਇੱਕ ਵਿੰਡੋ ਆ, ਇਸੇ ਲਈ ਇਹਦਾ ਨਾਮ ਵਿੰਡੋ ਰੱਖਿਆ ਗਿਆ। ਅਸੀਂ ਇੱਕ ਤੋਂ ਜ਼ਿਆਦਾ ਵਿੰਡੋਜ਼ ਜਿਹੜੀਆਂ ਹੈਗੀਆਂ ਉਹ ਵੀ ਓਪਨ ਕਰ ਸਕਦੇ ਹਾਂ। ਜਿਸ ਤਰ੍ਹਾਂ ਦੇਖੋ ਬੱਚੋ ਇੱਕ ਹੋਰ ਵਿੰਡੋ ਓਪਨ ਹੋ ਗਈ, ਅਸੀਂ ਇੱਕ ਤੋਂ ਜ਼ਿਆਦਾ ਵਿੰਡੋਜ਼ ਦੇ ਵਿੱਚ ਕੰਮ ਕਰ ਸਕਦੇ ਹਾਂ। ਮਲਟੀਪਲ ਵਿੰਡੋ ਜਿਹੜੀਆਂ ਇਹਦੇ ਵਿੱਚ ਖੋਲੀਆਂ ਜਾ ਸਕਦੀਆਂ ਨੇ। ਹਰ ਵਿੰਡੋ ਦੇ ਵਿੱਚ ਬੱਚੋ ਤੁਹਾਨੂੰ 3 ਬਟਨ ਮਿਲਣਗੇ, ਕਲੋਜ਼ ਬਟਨ, ਰੀਸਟੋਰ ਬਟਨ ਜਾਂ ਮੈਕਸੀਮਾਈਜ਼ ਬਟਨ ਤੇ ਮਿਨੀਮਾਈਜ਼ ਬਟਨ। ਇਸ ਬਟਨ ਦੇ ਨੇਮ ਚੇਂਜ ਹੁੰਦੇ ਰਹਿੰਦੇ ਨੇ। ਜਿਸ ਤਰ੍ਹਾਂ ਬੱਚੋ ਮੈਕਸੀਮਾਈਜ਼ ਹੋ ਗਿਆ ਹੈ, ਹੁਣ ਇਹਦਾ ਨਾਂ ਕੀ ਹੋ ਜਾਏਗਾ, ਰੀਸਟੋਰ। ਜਾਂ ਤਾਂ ਜੇਕਰ ਰੀਸਟੋਰ ਹੈ ਤਾਂ ਅਸੀਂ ਇਹਨੂੰ ਮੈਕਸੀਮਾਈਜ਼ ਕਰ ਸਕਦੇ ਹਾਂ, ਜੇਕਰ ਮੈਕਸੀਮਾਈਜ਼ ਹੈ ਤਾਂ ਅਸੀਂ ਇਹਨੂੰ ਰੀਸਟੋਰ ਕਰ ਸਕਦੇ ਹਾਂ। ਸੋ ਮਿਨੀਮਾਈਜ਼ ਬਟਨ ਦਾ ਤੁਹਾਨੂੰ ਦੱਸਿਆ ਸੀ ਬੱਚੋ, ਜੇਕਰ ਅਸੀਂ ਪ੍ਰੋਗਰਾਮ ਨੂੰ ਬੰਦ ਨਹੀਂ ਕਰਨਾ, ਆਪਣੀ ਟਾਸਕ ਬਾਰ ਤੇ ਲਿਆਉਣਾ ਤਾਂ ਅਸੀਂ ਮਿਨੀਮਾਈਜ਼ ਬਟਨ ਤੇ ਕਲਿੱਕ ਕਰਾਂਗੇ। ਦੇਖੋ ਸਾਡਾ ਪ੍ਰੋਗਰਾਮ ਸਾਡੀ ਟਾਸਕ ਬਾਰ ਤੇ ਚਲਾ ਗਿਆ ਹੈ। ਇਹਨੂੰ ਵੀ ਅਸੀਂ ਮਿਨੀਮਾਈਜ਼ ਕਰ ਸਕਦੇ ਹਾਂ।
ਇਹ ਹੁਣ ਸਾਡੇ ਦੋਨੇ ਪ੍ਰੋਗਰਾਮ ਸਾਡੇ ਕੋਲ ਇੱਥੇ ਖੁੱਲੇ ਹੈਗੇ ਨੇ ਟਾਸਕ ਬਾਰ ਦੇ ਉੱਪਰ। ਕਿਸੇ ਵੀ ਪ੍ਰੋਗਰਾਮ ਦੇ ਉੱਪਰ ਕਲਿੱਕ ਕਰਕੇ ਅਸੀਂ ਉਹਨੂੰ ਖੋਲ ਸਕਦੇ ਹਾਂ। ਜੇਕਰ ਅਸੀਂ ਬੰਦ ਕਰਨਾ ਹੋਵੇ ਤਾਂ ਸਾਡੇ ਕੋਲ ਕਲੋਜ਼ ਬਟਨ ਹੈ, ਕਲੋਜ਼ ਬਟਨ ਤੇ ਕਲਿੱਕ ਕਰਾਂਗੇ ਤੇ ਸਾਡਾ ਜਿਹੜਾ ਕਰੰਟ ਵਿੰਡੋ ਖੁੱਲੀ ਹੈਗੀ ਆ, ਫਰੇਮ ਖੁੱਲਿਆ ਹੈਗਾ, ਵਿੰਡੋ ਦਾ ਪ੍ਰੋਗਰਾਮ ਦੇਖ ਲਿਆ ਜਾਂ ਦੇਖ ਲਿਆ ਕਿਸ ਤਰ੍ਹਾਂ ਸਾਡੀ ਵਿੰਡੋ ਦਾ ਡੈਸਕਟਾਪ ਸਾਨੂੰ ਡਿਸਪਲੇ ਹੁੰਦਾ ਹੈ, ਉਹਦਾ ਤੁਹਾਨੂੰ ਮੈਂ ਪ੍ਰੈਕਟੀਕਲ ਕਰਕੇ ਦੱਸਿਆ। ਉਹਦੇ ਬਾਅਦ ਨੈਕਸਟ ਬੱਚੋ ਸਾਡੇ ਕੋਲ ਟੌਪਿਕ ਹੈਗਾ ਹੈ ਸ਼ਾਰਟਕਟਸ। ਅਸਲ 'ਚ ਸ਼ਾਰਟਕਟ ਕੀ ਹੁੰਦੇ ਨੇ? ਇਹ ਸੌਖਾ ਤਰੀਕਾ ਹੈਗਾ ਬੱਚੋ ਕਿਸੇ ਪ੍ਰੋਗਰਾਮ ਨੂੰ ਖੋਲਣ ਦਾ। ਸ਼ਾਰਟਕਟ ਲਈ ਸਾਨੂੰ ਕਿਸੇ ਪ੍ਰੋਗਰਾਮ ਦਾ ਪੂਰਾ ਪਾਥ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਪ੍ਰੋਗਰਾਮ ਕਿੱਥੇ ਸਟੋਰ ਹੈਗਾ ਹੈ ਜਾਂ ਅਸੀਂ ਉਹਨੂੰ ਕਿੱਥੋਂ ਓਪਨ ਕਰਨਾ ਹੈ। ਅਸੀਂ ਕਿਸੇ ਵੀ ਪ੍ਰੋਗਰਾਮ ਦਾ ਸ਼ਾਰਟਕਟ ਕ੍ਰੀਏਟ ਕਰਕੇ ਆਪਣੇ ਡੈਸਕਟਾਪ ਤੇ ਰੱਖ ਸਕਦੇ ਹਾਂ। ਉਹਦੇ ਬਾਅਦ ਸਿੰਪਲ ਅਸੀਂ ਇਸ ਸ਼ਾਰਟਕਟ ਤੇ ਡਬਲ ਕਲਿੱਕ ਕਰਾਂਗੇ ਤਾਂ ਸਾਡਾ ਪ੍ਰੋਗਰਾਮ ਓਪਨ ਹੋ ਜਾਏਗਾ। ਸੋ ਵੈਸੇ ਪ੍ਰੋਗਰਾਮ ਨੂੰ ਓਪਨ ਕਰਨ ਦੇ ਡਿਫਰੈਂਟ ਵੇ ਹੁੰਦੇ ਨੇ, ਜਿਸ ਤਰ੍ਹਾਂ ਅਸੀਂ ਸਟਾਰਟ ਬਟਨ ਤੋਂ ਪ੍ਰੋਗਰਾਮ ਓਪਨ ਕਰ ਸਕਦੇ ਹਾਂ ਜਾਂ ਅਸੀਂ ਪ੍ਰੋਗਰਾਮ ਦੀ ਲੋਕੇਸ਼ਨ ਫਾਈਂਡ ਆਊਟ ਕਰਕੇ ਉੱਥੋਂ ਵੀ ਪ੍ਰੋਗਰਾਮ ਨੂੰ ਓਪਨ ਕਰ ਸਕਦੇ। ਪਰ ਇਹ ਸਾਰੇ ਜਿਹੜੇ ਔਖੇ ਤਰੀਕੇ ਨੇ, ਇੱਥੋਂ ਸਾਨੂੰ ਪ੍ਰੋਗਰਾਮ ਜਿਹੜਾ ਆਸਾਨੀ ਦੇ ਨਾਲ ਸਾਡਾ ਨਹੀਂ ਚੱਲੇਗਾ। ਸੋ ਸਭ ਤੋਂ ਸੌਖਾ ਤਰੀਕਾ ਕੀ ਹੈਗਾ ਬੱਚੋ? ਸ਼ਾਰਟਕਟ। ਅਸਲ 'ਚ ਸਾਡਾ ਸ਼ਾਰਟਕਟ ਹੈਗਾ ਕਿਸੇ ਪ੍ਰੋਗਰਾਮ ਨੂੰ ਓਪਨ ਕਰਦਾ, ਉਹਨੂੰ ਅਸੀਂ ਸ਼ਾਰਟਕਟ ਕਹਿੰਦੇ ਆ। ਸੋ ਅਸੀਂ ਇਹਦੇ ਜੋ ਸ਼ਾਰਟਕਟ ਤੇ ਡਬਲ ਕਲਿੱਕ ਕਰਾਂਗੇ ਤਾਂ ਸਾਡਾ ਜਿਸ ਚੀਜ਼ ਦਾ ਵੀ ਉਹ ਸ਼ਾਰਟਕਟ ਹੋਏਗਾ ਪ੍ਰੋਗਰਾਮ ਸਾਡਾ ਓਪਨ ਹੋ ਜਾਏਗਾ। ਇਹਦਾ ਬੱਚੋ ਫਾਈਲ ਫੋਲਡਰ ਜਾਂ ਡਰਾਈਵ ਜਾਂ ਕਿਸੇ ਵੀ ਦੂਸਰੇ ਆਈਕਨ ਦੇ ਨਾਲੋਂ ਕੀ ਫਰਕ ਹੋਏਗਾ? ਇਹਦੇ ਵਿੱਚ ਇੱਕ ਟਰਨਡ ਐਰੋ ਬਣਿਆ ਹੋਏਗਾ, ਜਿਹਦੇ ਵਿੱਚ ਵੀ ਟਰਨਡ ਐਰੋ ਬਣਿਆ ਹੋਏਗਾ ਉਹ ਉਹਦਾ ਸ਼ਾਰਟਕਟ ਹੋਏਗਾ। ਠੀਕ ਹੈ। ਸੋ ਨਾਰਮਲ ਆਈਕਨ ਤੇ ਸ਼ਾਰਟਕਟ ਆਈਕਨ ਦੇ ਵਿੱਚ ਬੱਚੋ ਇਹੀ ਫਰਕ ਹੋਏਗਾ। ਜਿਹਦੇ ਵਿੱਚ ਵੀ ਇਸ ਤਰ੍ਹਾਂ ਦਾ ਟਰਨ ਐਰੋ ਬਣਿਆ ਹੋਏਗਾ, ਇਟ ਮੀਨਸ ਕਿ ਇਹ ਆਪਣੇ ਆਪ 'ਚ ਕੋਈ ਪ੍ਰੋਗਰਾਮ ਨਹੀਂ ਹੈਗਾ, ਇਹ ਕਿਸੇ ਪ੍ਰੋਗਰਾਮ ਦਾ ਸ਼ਾਰਟਕਟ ਹੈਗਾ ਏ ਜਿੱਥੋਂ ਅਸੀਂ ਉਸ ਪ੍ਰੋਗਰਾਮ ਨੂੰ ਚਲਾ ਸਕਦੇ ਹਾਂ। ਸੈਕੰਡਲੀ ਬੱਚੋ, ਜੇਕਰ ਅਸੀਂ ਕਿਸੇ ਪ੍ਰੋਗਰਾਮ ਦਾ ਸ਼ਾਰਟਕਟ ਡਿਲੀਟ ਕਰ ਦਿੰਦੇ ਆ ਤਾਂ ਪ੍ਰੋਗਰਾਮ ਅਫੈਕਟਡ ਨਹੀਂ ਹੋਏਗਾ, ਉਹਦੇ ਕੋਈ ਫਰਕ ਨਹੀਂ ਪਏਗਾ, ਪ੍ਰੋਗਰਾਮ ਉਸੇ ਤਰ੍ਹਾਂ ਹੀ ਚੱਲੇਗਾ। ਸੋ ਸ਼ਾਰਟਕਟ ਦੇ ਨਾਲ ਸਾਡਾ ਪ੍ਰੋਗਰਾਮ ਜਿਹੜਾ ਰਨ ਤਾਂ ਹੋਏਗਾ, ਪਰ ਜੇਕਰ ਸ਼ਾਰਟਕਟ ਅਸੀਂ ਡਿਲੀਟ ਕਰ ਦਿੰਨੇ ਗਲਤੀ ਦੇ ਨਾਲ ਤਾਂ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਉਹਦੇ ਤੇ ਕੋਈ ਇਫੈਕਟ ਨਹੀਂ ਪਏਗਾ, ਉਸੇ ਤਰ੍ਹਾਂ ਹੀ ਚੱਲਦਾ ਰਹੇਗਾ। ਕਿਉਂਕਿ ਜਸਟ ਇੱਕ ਉਹਦਾ ਲਿੰਕ ਕ੍ਰੀਏਟ ਹੁੰਦਾ, ਲਿੰਕ ਟੁੱਟ ਜਾਂਦਾ, ਅਸੀਂ ਲਿੰਕ ਫਿਰ ਦੁਬਾਰਾ ਕ੍ਰੀਏਟ ਕਰ ਸਕਦੇ ਹਾਂ। ਸੋ ਉਹਦੇ ਬਾਅਦ ਬੱਚੋ ਨੈਕਸਟ ਸਾਡਾ ਟੌਪਿਕ ਹੈਗਾ ਹੈ ਵਿੰਡੋ ਦੇ ਭਾਗ। ਸੋ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਸੀ, ਇਹਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਖੋਲਦੇ ਨੇ ਇੱਕ ਵੱਖਰੀ ਫਰੇਮ ਦੇ ਵਿੱਚ ਖੋਲਦੇ ਨੇ। ਉਸ ਫਰੇਮ ਨੂੰ ਅਸੀਂ ਉਹਦੀ ਵਿੰਡੋ ਕਹਿੰਦੇ ਆ। ਉਸ ਵਿੰਡੋ ਦੇ ਕੁਝ ਭਾਗ ਹੁੰਦੇ ਨੇ, ਉਹਨਾਂ ਬਾਰੇ ਜਾਣਕਾਰੀ ਹਾਸਲ ਕਰਨਾ ਬਹੁਤ ਜ਼ਰੂਰੀ ਆ। ਆਓ ਦੇਖਦੇ ਹਾਂ ਬੱਚੋ, ਜਿਹੜੀ ਸਾਡੀ ਫਰੇਮ ਖੋਲਦੀ ਆ ਜਾਂ ਜਿਹੜੇ ਅਸੀਂ ਪ੍ਰੋਗਰਾਮ ਖੋਲਦੇ ਆ ਉਹਦੇ ਵਿੱਚ ਕਿਹੜੇ ਡਿਫਰੈਂਟ ਜਿਹੜੇ ਭਾਗ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਵਿੰਡੋ ਦੇ ਭਾਗ ਕਹਿੰਦੇ ਆ, ਉਹਦੇ ਬਾਰੇ ਜਾਣ। ਸਭ ਤੋਂ ਪਹਿਲਾਂ ਬੱਚੋ ਸਾਡੇ ਕੋਲ ਹੈਗਾ ਟਾਈਟਲ ਬਾਰ। ਟਾਈਟਲ ਬਾਰ ਜਿਹੜੀ ਹੈਗੀ ਆ ਇਹ ਸਾਡੇ ਕੋਲ ਬੱਚੋ ਟੌਪ ਦੇ ਉੱਪਰ ਜਿਹੜੀ ਸ਼ੋ ਹੁੰਦੀ ਹੈ, ਸਭ ਤੋਂ ਉੱਪਰ ਜਿਹੜੀ ਬਾਰ ਸ਼ੋ ਹੋ ਰਹੀ ਹੁੰਦੀ ਆ ਉਹਨੂੰ ਅਸੀਂ ਉਹਦੀ ਟਾਈਟਲ ਬਾਰ ਕਹਿੰਦੇ ਆ। ਜਿਹੜਾ ਵੀ ਸਾਡਾ ਐਕਟਿਵ ਕੋਈ ਵੀ ਸਾਡਾ ਜਿਹੜੀ ਜਿੱਥੇ ਅਸੀਂ ਕੰਮ ਕਰ ਰਹੇ ਆ ਉਹ ਸਾਡਾ ਟਾਈਟਲ ਬਾਰ ਤੇ ਸ਼ੋ ਹੋਏਗਾ। ਜਿਸ ਤਰ੍ਹਾਂ ਅਸੀਂ ਜਿਹੜੇ ਫੋਲਡਰ 'ਚ ਕੰਮ ਕਰ ਰਹੇ ਆ, ਜਿਹੜੇ ਡਰਾਈਵ 'ਚ ਕੰਮ ਕਰ ਰਹੇ ਆ, ਉਹ ਐਕਟਿਵ ਸਾਡਾ ਜਿਹੜਾ ਫੋਲਡਰ ਜਾਂ ਬਾਰ ਹੈਗਾ ਉਹ ਸਾਡੇ ਟਾਈਟਲ ਬਾਰ ਦੇ ਵਿੱਚ ਸਾਨੂੰ ਉਹ ਜਿਹੜੀ ਚੀਜ਼ ਸ਼ੋ ਹੋਏਗੀ ਕਿ ਐਕਟਿਵਲੀ ਅਸੀਂ ਕਿੱਥੇ ਕੰਮ ਕਰ ਰਹੇ ਹਾਂ। ਸੈਕੰਡ ਚੀਜ਼ ਬੱਚੋ, ਟਾਈਟਲ ਬਾਰ ਦੀ ਬੜੀ ਇੰਪੋਰਟੈਂਟ ਚੀਜ਼ ਹੈਗੀ ਆ, ਇਹਦੇ ਰਾਈਟ ਕਾਰਨਰ ਦੇ ਉੱਪਰ 3 ਬਟਨ ਸਾਨੂੰ ਡਿਸਪਲੇ ਹੁੰਦੇ ਨੇ। ਜਿਹੜਾ ਲਾਸਟ ਵਾਲਾ ਬਟਨ ਬੱਚੋ ਰੈੱਡ ਕਲਰ ਦੇ ਵਿੱਚ ਹੁੰਦਾ, ਦੈਟ ਇਜ਼ ਦਾ ਕਲੋਜ਼ ਬਟਨ। ਮੋਸਟ ਇੰਪੋਰਟੈਂਟ ਚੀਜ਼ ਹੈਗੀ, ਅਸੀਂ ਕਿਸੇ ਵੀ ਬੱਚੋ ਵਿੰਡੋ ਦੇ ਬੰਦ ਕਰਨਾ ਚਾਹੁੰਦੇ ਆ, ਵਿੰਡੋ ਦੇ ਫਰੇਮ ਨੂੰ ਬੰਦ ਕਰਨਾ ਚਾਹੁੰਦੇ ਆ, ਸਿੰਪਲ ਕਲੋਜ਼ ਬਟਨ ਦੇ ਉੱਪਰ ਕਲਿੱਕ ਕਰ ਦਿਓ, ਤੁਹਾਡੀ ਉਹ ਜਿਹੜੀ ਐਕਟਿਵ ਵਿੰਡੋ ਹੈਗੀ ਉਹ ਬੰਦ ਹੋ ਜਾਏਗੀ। ਉਹਦਾ ਸੈਂਟਰ ਵਾਲਾ ਬਟਨ ਜਿਹੜਾ ਹੈਗਾ ਬੱਚੋ ਉਹ ਹੈਗਾ ਰੀਸਟੋਰ ਦਾ ਬਟਨ ਜਾਂ ਮੈਕਸੀਮਾਈਜ਼ ਦਾ ਬਟਨ। ਉਹਦੇ ਦੋ ਕੰਮ ਹੋਣਗੇ। ਜੇਕਰ ਮੈਕਸੀਮਾਈਜ਼ ਹੈ ਤਾਂ ਅਸੀਂ ਉਹਨੂੰ ਰੀਸਟੋਰ ਕਰ ਸਕਦੇ ਆ, ਪੁਰਾਣੀ ਪੋਜੀਸ਼ਨ ਦੇ ਵਿੱਚ ਲੈ ਜਾ ਸਕਦੇ ਆ। ਜੇਕਰ ਰੀਸਟੋਰ ਹੈ ਤਾਂ ਅਸੀਂ ਉਹ ਤੇ ਕਲਿੱਕ ਕਰਾਂਗੇ ਤਾਂ ਮੈਕਸੀਮਾਈਜ਼ ਹੋ ਜਾਏਗਾ। ਤੇ ਲਾਸਟ ਵਾਲਾ ਉਹਦਾ ਜਿਹੜਾ ਬਟਨ ਹੈਗਾ ਮਿਨੀਮਾਈਜ਼ ਦਾ ਬਟਨ ਹੈ। ਜੇਕਰ ਬੱਚੋ ਅਸੀਂ ਕਿਸੇ ਵੇਲੇ ਕੀ ਹੁੰਦਾ ਕਿ ਇੱਕ ਪ੍ਰੋਗਰਾਮ 'ਚ ਕੰਮ ਕਰ ਰਹੇ ਆ ਤਾਂ ਸਾਡਾ ਅਚਾਨਕ ਸਾਨੂੰ ਕਿਸੇ ਹੋਰ ਪ੍ਰੋਗਰਾਮ 'ਚ ਵੀ ਕੰਮ ਕਰਨ ਦੀ ਜ਼ਰੂਰਤ ਪੈ ਜਾਂਦੀ ਹੈ, ਤਾਂ ਅਸੀਂ ਇੱਕ ਤਰੀਕਾ ਕੀ ਹੈ ਕਿ ਜਾਂ ਤਾਂ ਅਸੀਂ ਪਹਿਲਾਂ ਆਪਣੇ ਜਿਹੜਾ ਪਹਿਲੀ ਸਾਡੀ ਬਾਰ ਖੁੱਲੀ ਹੈ ਜਾਂ ਸਾਡੀ ਪਹਿਲੀ ਵਿੰਡੋ ਖੁੱਲੀ ਹੈ ਜਾਂ ਸਾਡਾ ਪਹਿਲਾ ਫਰੇਮ ਖੁੱਲਿਆ ਹੈ, ਅਸੀਂ ਪਹਿਲਾਂ ਉਹਨੂੰ ਬੰਦ ਕਰ ਦਈਏ। ਠੀਕ ਹੈ। ਉਹਦੇ ਬਾਅਦ ਫਿਰ ਅਸੀਂ ਆਪਣਾ ਦੂਸਰਾ ਪ੍ਰੋਗਰਾਮ ਖੋਲੀਏ, ਉਹਦੇ ਵਿੱਚ ਕੰਮ ਕਰਨ ਦੇ ਬਾਅਦ ਜੇਕਰ ਅਸੀਂ ਫਿਰ ਪਹਿਲੇ ਪ੍ਰੋਗਰਾਮ 'ਚ ਕੰਮ ਕਰਨਾ ਤਾਂ ਫਿਰ ਅਸੀਂ ਦੂਸਰੇ ਨੂੰ ਬੰਦ ਕਰਕੇ ਫਿਰ ਪਹਿਲਾ ਖੋਲਾਂਗੇ। ਇਸ ਤਰ੍ਹਾਂ ਸਾਡਾ ਟਾਈਮ ਵੇਸਟ ਹੋਏਗਾ। ਸੋ ਬੈਸਟ ਆਪਸ਼ਨ ਕੀ ਹੋਏਗੀ ਬੱਚਿਓ ਕਿ ਅਸੀਂ ਆਪਣੀ ਜਿਹੜੀ ਐਕਟਿਵ ਵਿੰਡੋ ਹੈਗੀ ਆ ਉਹਨੂੰ ਜਿਹੜਾ ਹੈਗਾ ਬੰਦ ਨਾ ਕਰੀਏ, ਉਹਨੂੰ ਮਿਨੀਮਾਈਜ਼ ਕਰ ਲਈਏ। ਤੀਸਰਾ ਬਟਨ ਹੁੰਦਾ ਬੱਚੋ ਸਾਡੇ ਕੋਲ ਮਿਨੀਮਾਈਜ਼ ਦਾ। ਜਦੋਂ ਅਸੀਂ ਉੱਤੇ ਕਲਿੱਕ ਕਰਾਂਗੇ ਤਾਂ ਸਾਡੀ ਜਿਹੜੀ ਹੈ ਐਕਟਿਵ ਵਿੰਡੋ, ਜਿਹੜੀ ਕਰੰਟ ਜਿਹੜੀ ਸਾਡੀ ਵਿੰਡੋ ਖੁੱਲੀ ਹੈਗੀ ਹੈ, ਕਰੰਟ ਫਰੇਮ ਖੁੱਲਿਆ ਹੈਗਾ ਹੈ, ਉਹ ਸਾਡਾ ਟਾਸਕ ਬਾਰ ਦੇ ਉੱਪਰ ਆ ਜਾਏਗਾ।
टास्क बार के उपर आ जाएगा। हुण साडे कोल पूरा डेस्कटॉप अवेलेबल हो गया, कोई भी काम करने वास्ते असीं अपना कोई भी दूसरा काम कर सकते हैं। उहदे बाद जदों सानूं फिर फर्स्ट प्रोग्राम की जरूरत होएगी, जिते असीं पहला काम कर रहे सी, असीं सिंपल टास्क जिहड़ी नीचे टास्क बार ते मिनीमाइज होया उहदे उपर क्लिक करांगे, साडे कोल फ्रेम जिहड़ा फिर तो अवेलेबल हो जाएगा। इट मीनस कि उहनूं सानूं दोबारा खोलण दा जिहड़ा टाइम वेस्ट नहीं करना पएगा। सो मिनीमाइज बटन दे नाल असीं किसी भी एक्टिव विंडो नूं मिनीमाइज कर सकते हैं, ताकि असीं उह च फिर दोबारा काम कर सकीए। जेकर दोबारा काम नहीं करना, तुहानूं पता है इह च काम ओवर हो गया, तां फिर बेस्ट ऑप्शन है क्लोज, कि उहनूं बंद कर दिओ। नैक्सट बच्चों इहदे विच सैकंड चीज आ जांदी, टाइटल बार दे नीचे साडे कोल मैन्यू बार आ जांदी है, जिहदे विच डिफरेंट कमांड्स अवेलेबल हुंदियां ने। मैन्यू बार ते असीं क्लिक करके उस मैन्यू दे नीचे जिन्नियां भी कमांड्स ने उन्हां नूं यूज कर सकते हैं। मैन्यू बार दे नीचे फिर आ जांदी बच्चों टूल बार। टूल बार्स दे विच साडे कोल काफी बटन अवेलेबल हुंदे ने कमांड्स दे, उन्हां असीं बटन्स ते क्लिक करके डायरैक्टली जिहड़ी कमांड आ उहनूं परफॉर्म कर सकते हैं। लास्ट साडे कोल फिर बच्चों आ जांदी स्क्रॉल बार। जेकर साडा बच्चों जिहड़ा टैक्सट सानू डिस्पले हो रहा है सामने, या साडे को जिन्ना भी मटीरियल विंडो दे विच डिस्पले हो रहा है, जेकर वो एक साडी विंडो दे फ्रेम दे विच सैट नहीं आंदा, पूरा नहीं आंदा, तो वो नीचे चले जाएगा। सो असीं जेकर नीचे वाले टैक्सट नूं जां अपने मटीरियल नूं देखना होवे ਤਾਂ ਸਾਨੂੰ ਕੀ ਫਿਰ ਸਾਨੂੰ ਸਕਰੋਲ ਕਰਨਾ ਪਏਗਾ। ਉਹਦੇ ਲਈ ਬੱਚੋ ਸਾਡੇ ਕੋ ਇੱਧਰ ਰਾਈਟ ਸਾਈਡ ਤੇ ਇੱਕ ਸਕਰੋਲ ਬਾਰ ਆ ਜਾਏਗੀ, ਜਿਹਦੇ ਤੇ ਅਸੀਂ ਕਲਿੱਕ ਕਰਕੇ ਆਪਣੇ ਮੈਟਰ ਨੂੰ ਉੱਪਰ ਜਾਂ ਨੀਚੇ ਸਕਰੋਲ ਕਰ ਸਕਦੇ ਆ ਈਜ਼ੀਲੀ। ਜਿਹੜਾ ਸਾਨੂੰ ਕਰੰਟ ਵਿੰਡੋ ਦੇ ਵਿੱਚ ਸਾਡਾ ਜਿਹੜਾ ਡਿਸਪਲੇ ਨਹੀਂ ਹੋ ਰਿਹਾ ਮੈਟਰ, ਉਹਨੂੰ ਅਸੀਂ ਆਰਾਮ ਦੇ ਨਾਲ ਦੇਖ ਸਕਦੇ ਆ। ਸੋ ਸਕਰੋਲ ਬਾਰ ਜਿਹੜੀ ਹੈ ਬੜੀ ਇੰਪੋਰਟੈਂਟ ਚੀਜ਼ ਹੈ। ਜਦ ਸਾਡਾ कोई भी टेक्स्ट या कोई भी चीज एक विंडो के फ्रेम दे विच फिक्स नहीं होएगी, ऊपर नीचे करने की जरूरत पएगी, तो स्क्रॉल बार दे नाल ही असीं उहनूं कर सकते हैं। सो बच्चों साडा हुण लास्ट टॉपिक हैगा है कि जदों तुहाडा सारे काम खत्म हो गए ने विंडोज़ दे विच, जद तुहाडा पीरियड ओवर हो गया है, उहदे बाद तुहाडा बेस्ट है कि तुसीं कंप्यूटर नूं प्रॉपर वे दे नाल बंद करके जाओ। क्योंकि जेकर असीं कंप्यूटर नूं चलदा छड्ड जांगे, जेकर लाइट बंद हो जाती है या किसी कारण कंप्यूटर अपने आप बंद होएगा, ਤਾਂ ਸਾਡੀ ਜਿਹੜੀ ਵਿੰਡੋ ਦੇ ਪ੍ਰੋਗਰਾਮ ਕਾਫੀ ਪ੍ਰੋਗਰਾਮ ਖੁੱਲੇ ਹੁੰਦੇ ਨੇ ਵਿੰਡੋਜ਼ ਦੇ ਵਿੱਚ, ਜਿਹੜੇ ਸਾਡੀ ਉਸ ਵਿੰਡੋ ਨੂੰ ਚਲਾ ਰਹੇ ਹੁੰਦੇ ਨੇ, ਉਹ ਵਿੰਡੋ ਦੇ ਪ੍ਰੋਗਰਾਮ ਦੇ ਖਰਾਬ ਹੋਣ ਦਾ ਖਤਰਾ ਬੱਚੋ ਵੱਧ ਜਾਂਦਾ ਹੈ। ਜਿਹਦੇ ਨਾਲ ਸਾਡੇ ਪ੍ਰੋਗਰਾਮ ਖਰਾਬ ਹੋਣਗੇ ਤਾਂ ਵਿੰਡੋ ਖਰਾਬ ਹੋਏਗੀ, ਵਿੰਡੋ ਖਰਾਬ ਹੋਏਗੀ ਤਾਂ ਕੰਪਿਊਟਰ ਨਹੀਂ ਚੱਲੇਗਾ। ਸੋ इट मीनस कि जेकर असीं ठीक तरीके दे नाल कंप्यूटर नूं बंद नहीं करांगे तो असीं अपने कंप्यूटर नूं खराब कर सकते हैं। सो सही तरीका बच्चों कंप्यूटर नूं बंद करन दा की है, पहलां जिन्ने भी तुसीं प्रोग्राम खुले हैगे, जिन्नियां भी तुहाडीआं विंडो खुल्लियां ने, जिन्ने भी फ्रेम खुले ने, उन्हां नूं क्लोज बटन तो जाके बंद करो। ठीक है, क्लोज बटन ते क्लिक करके उहदे बाद जेकर सेव दी ऑप्शन आंदी है तो सेव करो, उहदे बाद बंद कर लो। जदों तुहाडीआं सारियां एक्टिव विंडो एक्टिव फ्रेम बंद हो जाएंगे, उसके बाद बच्चों तुसीं प्रेस करना है स्टार्ट बटन। स्टार्ट बटन दे विच ऑप्शन हैगी है शट डाउन दी। सिंपल तुसीं स्टार्ट बटन ते क्लिक करो एंड शट डाउन ते क्लिक कर दो। उसके बाद ऑटोमैटिकली कंप्यूटर थोड़ा जिहा टाइम ला के ਜਿਹੜੇ एक्टिव साडे ਇਹਦੇ विंडोज़ ਦੇ प्रोग्राम चल रहे ने उन्हां सारिਆਂ ਨੂੰ 1 बाय 1 बंद करके सेफली साडा कंप्यूटर ਜਿਹੜਾ बंद हो जाएगा ਤੇ कंप्यूटर ਦੇ ਜਿਹੜਾ खराब होने का खतरा हैगा है वो मिनीमाइज हो जाएगा, खत्म हो जाएगा, खराब नहीं होएगा कंप्यूटर। क्योंकि जेकर असीं इस तरह ही चलदा छड्ड दांगे, कंप्यूटर अपने आप बंद होएगा लाइट जाण दे नाल, तां ओहदे कंप्यूटर दे विच साडी विंडो दे प्रोग्रामां दे खराब होने का खतरा है। जेकर विंडो दे प्रोग्राम खराब होणगे तां विंडो खराब होएगी, इहदा मतलब साडा कंप्यूटर काम नहीं करेगा। सो बच्चों आओ इन्हां चीज़ां दे हुण प्रैक्टिकल्स जिहड़े हैगे आ ओह करके देखने आ। सो आओ जिन्ना भी बच्चों असीं इह विंडोज़ बारे पढ़िया है इहदे प्रैक्टिकल करते हैं। आओ बच्चों असीं इस पूरी विंडो बारे जानकारी हासिल करते हैं, जिहड़ी साडे कोल करंट सामने खुली हैगी, एक फ्रेम खुलिया है जिन्हों असीं इहदी विंडो कहने आ। सो इहदे तुहाडे विंडो दे भाग भी हैगे ने। देखो बच्चों सब तो उपर आंदा है टाइटल बार, ਇਹ वाली साडी सब तो उपर वाली जिहड़ी पट्टी आ रही इहनूं सारी नूं असीं टाइटल बार कहने आ, जिस तो सानूं पता चलदा कि इस टाइम ते असीं किस प्रोग्राम दे विच बैठे होए आ जां असीं की खोलिया हैगा ਉਹਦੀ जानकारी सानूं हासिल हुंदी है। इस सारी नूं असीं टाइटल बार कहने। जिस तरह इस बार सानूं पता चल गया असीं माई डॉक्यूमेंट्स जिहड़ा फोल्डर है उहनूं ओपन कीता है। सो ਇਹ 3 बटन बच्चों तुहानूं मैं दस ही दित्ते ने, मिनीमाइज, मैक्सीमाइज ते रीस्टोर ते क्लोज बटन। ਉਹਦੇ बाद बच्चों नीचे ਇਹ वाली साडे कोल मैन्यू बार आ जाती है। मैन्यू बार ਦੇ ਵਿੱਚ बहुत सारियां साडे कोल कमांड्स ਹੁੰਦੀਆਂ ਨੇ ਜਿਹੜੀਆਂ ਅਸੀਂ फाइल ਅਤੇ फोल्डर ਦੇ ਉੱਪਰ लगा सकने। सारियां ਇਹਦੀਆਂ कमांड्स ने।
ਸੋ ਡਿਫਰੈਂਟ ਮੈਨੂ ਸਾਡੇ ਕੋਲ ਅਵੇਲੇਬਲ ਨੇ, ਕਮਾਂਡਸ ਅਵੇਲੇਬਲ ਨੇ ਜਿਹਦੇ ਨਾਲ ਅਸੀਂ ਫਾਈਲਸ ਤੇ ਫੋਲਡਰ ਨੂੰ ਹੈਂਡਲ ਕਰ ਸਕਨੇ ਆ, ਆਪਣੀ ਜਿਹੜੀ ਵਿੰਡੋ ਖੁੱਲੀ ਹੈਗੀ ਉਹਨੂੰ ਹੈਂਡਲ ਕਰ ਸਕਨੇ ਆ। ਉਹਦੇ ਬਾਅਦ ਨੀਚੇ ਸਾਡੇ ਕੋਲ ਟੂਲ ਬਾਰ ਆ ਜਾਂਦੀ ਹੈ ਜਿਹਦੇ ਵਿੱਚ ਕੁਝ ਬਟਨ ਹੁੰਦੇ ਨੇ, ਇਹਨਾਂ ਬਟਨਾਂ ਨੂੰ ਵੀ ਅਸੀਂ ਯੂਜ਼ ਕਰ ਸਕਨੇ ਆ। ਜਿਸ ਤਰ੍ਹਾਂ ਨਿਊ ਫੋਲਡਰ ਬਣਾਉਣਾ ਹੋਵੇ ਤੇ ਨਿਊ ਫੋਲਡਰ ਦੇ ਬਟਨ ਤੇ ਬੱਚੋ ਕਲਿੱਕ ਕਰਾਂਗੇ ਤਾਂ ਇਹ ਦੇਖੋ ਨਿਊ ਫੋਲਡਰ ਨਾਂ ਦਾ ਸਾਡੇ ਕੋਲ ਇੱਕ ਫੋਲਡਰ ਬਣ ਗਿਆ ਹੈ ਜਿਹਦੇ ਵਿੱਚ ਅਸੀਂ ਕੋਈ ਵੀ ਨਾਂ ਇਹਦਾ ਰੱਖ ਸਕਦੇ ਹਾਂ। ਸੋ ਇਹਨਾਂ ਅਸੀਂ ਮੈਨੂ ਬਾਰ ਤੇ ਟੂਲ ਬਾਰ ਨੂੰ ਵਰਤ ਸਕਨੇ ਆ। ਉਹਦੇ ਬਾਅਦ ਬੱਚੋ ਜੇਕਰ ਸਾਡੇ ਕੋਲ ਜਾਣਕਾਰੀ ਜ਼ਿਆਦਾ ਹੋਵੇ ਤਾਂ ਫਿਰ ਇਹਦੇ ਵਿੱਚ ਅਸੀਂ ਸਕਰੋਲ ਬਾਰ ਸਾਡੇ ਕੋਲ ਆ ਜਾਂਦੀ ਹੈ, ਅਸੀਂ ਉਹਨੂੰ ਵਰਤ ਸਕਦੇ ਹਾਂ। ਸਕਰੋਲ ਬਾਰ ਦੇ ਨਾਲ ਕੀ ਹੈ ਕਿ ਅਸੀਂ ਆਪਣੇ ਡਾਟੇ ਨੂੰ ਉੱਪਰ ਜਾਂ ਨੀਚੇ ਸਕਰੋਲ ਕਰ ਸਕਦੇ ਹਾਂ। ਜਿਸ ਤਰ੍ਹਾਂ ਦੇਖੋ ਬੱਚੋ ਇਹ ਵਾਲੀ ਸਕਰੋਲ ਬਾਰ ਆ ਗਈ ਹੈ, ਦੇਖੋ ਡਾਟੇ ਨੂੰ ਉੱਪਰ ਜਾਂ ਨੀਚੇ ਸਕਰੋਲ ਕਰਨਾ ਹੋਵੇ ਤਾਂ ਅਸੀਂ ਇਹਦੇ ਉੱਪਰ ਜਾਂ ਨੀਚੇ ਕਲਿੱਕ ਕਰਕੇ ਸਕਰੋਲ ਕਰ ਸਕਦੇ ਹਾਂ। ਇਹ ਦੇਖੋ ਨੀਚੇ ਜਾਣਾ ਹੋਵੇ ਤਾਂ ਇੱਥੇ ਕਲਿੱਕ ਕਰਾਂਗੇ ਸਕਰੋਲ ਹੋ ਜਾਏਗਾ, ਉੱਪਰ ਜਾਣਾ ਹੋਵੇ ਤਾਂ ਅਸੀਂ ਇਹਦੇ ਇੱਥੇ ਕਲਿੱਕ ਕਰਾਂਗੇ ਤਾਂ ਉੱਪਰ ਨੂੰ ਸਕਰੋਲ ਹੋ ਜਾਏਗਾ। ਸੋ ਸਕਰੋਲ ਬਾਰ ਨੂੰ ਅਸੀਂ ਵਰਤ ਸਕਦੇ ਹਾਂ। ਸੋ ਇਸ ਤਰ੍ਹਾਂ ਡਿਫਰੈਂਟ ਟਾਈਪਸ ਦੀਆਂ ਸਾਡੇ ਕੋਲ ਵਿੰਡੋਜ਼ ਦੇ ਵਿੱਚ ਆਪਸ਼ਨ ਅਵੇਲੇਬਲ ਹੁੰਦੀਆਂ ਨੇ। ਇਹ ਹਰ ਫਰੇਮ ਜਿਹੜਾ ਵੀ ਖੁੱਲ੍ਹੇਗਾ ਵਿੰਡੋ ਦਾ ਉਹਦੇ ਵਿੱਚ ਸਾਡੇ ਕੋਲ ਇਹ ਸਾਰੀਆਂ ਚੀਜ਼ਾਂ ਅਵੇਲੇਬਲ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਵਰਤ ਸਕਦੇ ਹਾਂ। ਜੇਕਰ ਅਸੀਂ ਇਹ ਵਿੰਡੋ ਨੂੰ ਬੰਦ ਕਰਨਾ ਹੋਵੇ ਤਾਂ ਅਸੀਂ ਕਲੋਜ਼ ਤੇ ਕਲਿੱਕ ਕਰਾਂਗੇ ਤੇ ਸਾਡੀ ਕਰੰਟ ਵਿੰਡੋ ਜਿਹੜੀ ਉਹ ਬੰਦ ਹੋ ਜਾਏਗੀ। ਸੋ ਬੱਚਿਓ ਸਾਡੇ ਕੋਲ ਰੀਸਾਈਕਲ ਬਿਨ ਦਾ ਬਟਨ ਹੁੰਦਾ ਹੈ, ਜੇਕਰ ਅਸੀਂ ਕਿਸੇ ਚੀਜ਼ ਨੂੰ ਡਿਲੀਟ ਕਰਦੇ ਹਾਂ ਤਾਂ ਉਹ ਰੀਸਾਈਕਲ ਬਿਨ 'ਚ ਚਲ ਜਾਂਦੀ ਹੈ। ਸਪੋਜ਼ ਮੈਂ ਆਪਣਾ ਆਈਕਨ ਡਿਲੀਟ ਕਰਦਾ ਹਾਂ, ਸੋ ਇਹਨੂੰ ਡਿਲੀਟ ਕਰ ਦਿਆਂਗੇ। ਡਿਲੀਟ ਕੀਤਾ ਬੱਚੋ ਦੇਖੋ ਇੱਥੋਂ ਚਲਾ ਗਿਆ ਡੈਸਕਟਾਪ ਤੇ, ਹੁਣ ਕਿੱਥੇ ਚਲਾ ਗਿਆ ਸਾਡਾ ਰੀਸਾਈਕਲ ਬਿਨ ਦੇ ਵਿੱਚ। ਇਹਨੂੰ ਅਸੀਂ ਖੋਲ ਕੇ ਇਹ ਦੇਖੋ ਬੱਚੋ ਆਈਕਨ ਆ ਗਿਆ ਹੈ। ਸੋ ਜੇਕਰ ਸਾਡੇ ਕੋਲ ਗਲਤੀ ਦੇ ਨਾਲ ਡਿਲੀਟ ਹੋ ਜਾਏ ਤਾਂ ਅਸੀਂ ਇਹਨੂੰ ਵਾਪਸ ਬੁਲਾ ਸਕਦੇ ਹਾਂ। ਅਸੀਂ ਰੀਸਟੋਰ ਦਿਸ ਆਈਟਮ ਤੇ ਕਲਿੱਕ ਕਰਾਂਗੇ। ਸੋ ਬੱਚੋ ਦੇਖੋ ਇੱਥੋਂ ਹੁਣ ਉਹ ਆਈਕਨ ਜਿਹੜਾ ਹੈਗਾ ਚਲਾ ਗਿਆ ਹੈਗਾ ਹੈ, ਕਿੱਥੇ ਚਲਾ ਗਿਆ ਦੇਖ ਰਹੇ ਹੋ, ਡੈਸਕਟਾਪ ਦੇ ਉੱਪਰ ਫਿਰ ਵਾਪਸ ਚਲਾ ਗਿਆ ਹੋਏਗਾ। ਇਹ ਦੇਖੋ ਡੈਸਕਟਾਪ ਦੇ ਉੱਪਰ ਆ ਗਿਆ ਹੈ। ਇਟ ਮੀਨਸ ਕਿ ਉੱਥੋਂ ਡਿਲੀਟ ਜੋ ਅਸੀਂ ਕੀਤਾ ਸੀ ਗਲਤੀ ਦੇ ਨਾਲ ਉਹਨੂੰ ਅਸੀਂ ਵਾਪਸ ਬੁਲਾ ਸਕਨੇ ਆ, ਅਨਡਿਲੀਟ ਹੋ ਜਾਏਗਾ ਫਿਰ ਵਾਪਸ ਸਾਡੇ ਕੋਲ ਆ ਜਾਏਗਾ। ਸੋ ਬੱਚੋ ਇਹਦੇ ਵਿੱਚ ਦੇਖੋ ਇਸ ਆਈਕਨ ਦੇ ਵਿੱਚ ਥੋੜਾ ਫਰਕ, ਇਹਦੇ 'ਚ ਇੱਕ ਐਰੋ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਦਾ ਜਿਹੜਾ ਐਰੋ ਜਿਹੜੇ ਵੀ ਆਈਕਨ ਦੇ ਨਾਲ ਸਾਨੂੰ ਦਿਖਾਈ ਦਿੰਦਾ ਹੈ ਉਹਨੂੰ ਅਸੀਂ ਉਹਦਾ ਸ਼ਾਰਟਕਟ ਕਹਿੰਦੇ ਆ। ਅਸਲ 'ਚ ਖੁਦ ਕੋਈ ਪ੍ਰੋਗਰਾਮ ਨਹੀਂ ਹੈਗਾ, ਇੱਕ ਸ਼ਾਰਟਕਟ ਹੈ। ਜਿਸ ਤਰ੍ਹਾਂ ਇਹ ਦੇਖੋ ਗੂਗਲ ਕਰੋਮ ਦੇ ਨਾਲ ਵੀ ਸਾਨੂੰ ਐਰੋ ਮਾਰਕ ਦਿਖਾਈ ਦੇ ਰਿਹਾ ਹੈ, ਇਹਦਾ ਮਤਲਬ ਇਹ ਕਿ ਇੱਕ ਸ਼ਾਰਟਕਟ ਹੈਗਾ ਕਿਸੇ ਪ੍ਰੋਗਰਾਮ ਦਾ, ਇੱਥੋਂ ਅਸੀਂ ਉਸ ਪ੍ਰੋਗਰਾਮ ਨੂੰ ਚਲਾ ਸਕਨੇ ਆ, ਰਨ ਕਰ ਸਕਨੇ ਆ। ਸੋ ਲਾਸਟ ਦੇ ਉੱਪਰ ਅਸੀਂ ਬੱਚੋ ਦੇਖਾਂਗੇ ਕਿ ਅਸੀਂ ਆਪਣੇ ਵਿੰਡੋ ਨੂੰ ਹੁਣ ਬੰਦ ਕਿਸ ਤਰ੍ਹਾਂ ਕਰਨਾ ਹੈ। ਸੋ ਬੰਦ ਕਰਨ ਵਾਸਤੇ ਸਾਡੇ ਕੋਲ ਸਟਾਰਟ ਬਟਨ ਹੈ, ਅਸੀਂ ਸਟਾਰਟ ਬਟਨ ਦੇ ਉੱਪਰ ਕਲਿੱਕ ਕਰਾਂਗੇ। ਬੱਚੋ ਇਹ ਸਾਰੇ ਪ੍ਰੋਗਰਾਮ ਨੇ ਜਿਨ੍ਹਾਂ ਨੂੰ ਅਸੀਂ ਰਨ ਕਰ ਸਕਨੇ ਆ। ਸੋ ਇਹਦੇ ਵਿੱਚ ਇਹ ਦੇਖੋ ਲਾਸਟ ਆਪਸ਼ਨ ਸਾਡੇ ਕੋਲ ਸ਼ਟ ਡਾਊਨ ਦੀ ਹੁੰਦੀ ਹੈ, ਅਸੀਂ ਸ਼ਟ ਡਾਊਨ ਦੇ ਉੱਪਰ ਕਲਿੱਕ ਕਰਾਂਗੇ ਤਾਂ ਸਾਡੀ ਜਿਹੜੀ ਵਿੰਡੋ ਹੈਗੀ ਆ ਉਹ ਬੰਦ ਹੋ ਜਾਏਗੀ, ਸ਼ਟ ਡਾਊਨ ਹੋ ਜਾਏਗੀ। ਸੋ ਇਹਦੇ ਨਾਲ ਅਸੀਂ ਸੇਫਲੀ ਆਪਣੇ ਕੰਪਿਊਟਰ ਨੂੰ ਬੰਦ ਕਰ ਸਕਨੇ ਆ। ਜਦੋਂ ਵੀ ਅਸੀਂ ਆਪਣੇ ਕੰਪਿਊਟਰ ਨੂੰ ਬੰਦ ਕਰਨਾ ਹੋਵੇ ਤਾਂ ਸਾਨੂੰ ਸ਼ਟ ਡਾਊਨ ਦੇ ਨਾਲ ਹੀ ਕੰਪਿਊਟਰ ਨੂੰ ਬੰਦ ਕਰਨਾ ਚਾਹੀਦਾ ਹੈ। ਸੋ ਇਹਦੇ ਤੇ ਅਸੀਂ ਕਲਿੱਕ ਕਰਕੇ ਇਹ ਹੋਰ ਵੀ ਆਪਸ਼ਨ ਸਾਡੇ ਕੋਲ ਹੈਗੀਆਂ ਜਿਨ੍ਹਾਂ ਨੂੰ ਅਸੀਂ ਵਰਤ ਸਕਦੇ ਹਾਂ। ਜੇਕਰ ਅਸੀਂ ਦੁਬਾਰਾ ਕੰਪਿਊਟਰ ਨੂੰ ਚਲਾਉਣਾ ਚਾਹੁੰਦੇ ਹਾਂ ਬੰਦ ਕਰਕੇ ਤਾਂ ਰੀਸਟਾਰਟ ਦੀ ਆਪਸ਼ਨ ਲੈ ਸਕਦੇ ਹਾਂ। ਜਾਂ ਅਸੀਂ ਕਿਸੇ ਹੋਰ ਯੂਜ਼ਰ ਨੂੰ ਲੌਗਇਨ ਕਰਨਾ ਚਾਹੁੰਦੇ ਹਾਂ ਤਾਂ ਸਵਿਚ ਯੂਜ਼ਰ ਕੀਤਾ ਜਾ ਸਕਦਾ ਹੈ। ਆਪਣੇ ਲੌਗਇਨ ਨੂੰ ਬੰਦ ਕਰਨ ਲਈ ਲੌਗ ਆਫ ਕੀਤਾ ਜਾ ਸਕਦਾ ਹੈ। ਸੋ ਅਸੀਂ ਇਹਨੂੰ ਹਾਈਬਰਨੇਟ ਕਰ ਸਕਨੇ ਆ। ਇੱਕ ਪਰਟੀਕੂਲਰ ਸਿਚੁਏਸ਼ਨ ਦੇ ਉੱਪਰ ਅਸੀਂ ਆਪਣੇ ਕੰਪਿਊਟਰ ਨੂੰ ਸ਼ਟ ਡਾਊਨ ਕਰ ਸਕਨੇ ਆ, ਫਿਰ ਉਸੇ ਪੁਆਇੰਟ ਤੋਂ ਸਾਡਾ ਕੰਪਿਊਟਰ ਦੁਬਾਰਾ ਓਪਨ ਹੋਏਗਾ। ਵੈਸੇ ਅਸੀਂ ਇਹਦੇ ਵਿੱਚ ਸਿੰਪਲ ਬੱਚੋ ਤੁਸੀਂ ਸ਼ਟ ਡਾਊਨ ਨਹੀਂ ਕਰਨਾ ਹੈ, ਸ਼ਟ ਡਾਊਨ ਦੇ ਉੱਪਰ ਕਲਿੱਕ ਕਰੋਗੇ ਤਾਂ ਆਟੋਮੈਟਿਕਲੀ ਸਾਡਾ ਜਿਹੜਾ ਕੰਪਿਊਟਰ ਹੈਗਾ ਉਹ ਬੰਦ ਹੋ ਜਾਏਗਾ। ਸੋ ਇਹਦੇ ਉੱਪਰ ਕਲਿੱਕ ਕਰਾਂਗੇ ਤਾਂ ਕੰਪਿਊਟਰ ਜਿਹੜਾ ਸ਼ਟ ਡਾਊਨ ਹੋ ਜਾਏਗਾ। ਸੋ ਨੈਕਸਟ ਬੱਚੋ ਇੱਕ ਹੋਰ ਇੰਪੋਰਟੈਂਟ ਸਾਡੇ ਕੋਲ ਸ਼ੋ ਡੈਸਕਟਾਪ ਨਾਂ ਦਾ ਜਿਹੜਾ ਬਟਨ ਹੁੰਦਾ ਹੈ, ਕਮਾਂਡ ਹੁੰਦੀ ਹੈ ਜਿਹਨੂੰ ਅਸੀਂ ਵਰਤ ਸਕਦੇ ਹਾਂ। ਅਸੀਂ ਚਾਹੇ ਕਿੰਨੇ ਵੀ ਪ੍ਰੋਗਰਾਮ ਖੋਲ੍ਹੇ ਹੋਣ, ਜੇਕਰ ਸ਼ੋ ਡੈਸਕਟਾਪ ਦੇ ਉੱਪਰ ਕਲਿੱਕ ਕਰਾਂਗੇ ਤਾਂ ਸਾਡੇ ਸਾਰੇ ਪ੍ਰੋਗਰਾਮ ਮਿਨੀਮਾਈਜ਼ ਹੋ ਜਾਣਗੇ। ਜਿਸ ਤਰ੍ਹਾਂ ਦੇਖੋ ਬੱਚੋ ਰਾਈਟ ਸਾਈਡ ਦੇ ਕਾਰਨਰ ਤੇ ਸ਼ੋ ਡੈਸਕਟਾਪ ਆਉਂਦਾ ਹੈ, ਅਸੀਂ ਇਹਦੇ ਉੱਪਰ ਕਲਿੱਕ ਕਰਾਂਗੇ ਦੇਖੋ ਆਟੋਮੈਟਿਕਲੀ ਸਾਡਾ ਪ੍ਰੋਗਰਾਮ ਮਿਨੀਮਾਈਜ਼ ਹੋ ਗਿਆ। ਜੇਕਰ ਇੱਕ ਤੋਂ ਜ਼ਿਆਦਾ ਪ੍ਰੋਗਰਾਮ ਓਪਨ ਹੋਏ ਨੇ ਤਾਂ ਉਹ ਵੀ ਆਪਣੇ ਆਪ ਹੀ ਮਿਨੀਮਾਈਜ਼ ਹੋ ਜਾਣਗੇ। ਜਿਸ ਤਰ੍ਹਾਂ ਅਸੀਂ ਦੋ ਪ੍ਰੋਗਰਾਮ ਸਾਡੇ ਓਪਨ ਨੇ, ਅਸੀਂ ਸ਼ੋ ਡੈਸਕਟਾਪ ਦੇ ਉੱਪਰ ਕਲਿੱਕ ਕਰਾਂਗੇ ਤਾਂ ਸਾਡੇ ਸਾਰੇ ਪ੍ਰੋਗਰਾਮ ਆਟੋਮੈਟਿਕਲੀ ਮਿਨੀਮਾਈਜ਼ ਹੋ ਕੇ ਸਾਨੂੰ ਸਾਡੀ ਵਿੰਡੋ ਜਿਹੜੀ ਹੈਗੀ ਆ ਉਹ ਅਵੇਲੇਬਲ ਹੋ ਜਾਏਗੀ ਕੰਮ ਕਰਨ ਵਾਸਤੇ।
ਜਾਂ ਕੋਈ ਨਵਾਂ ਪ੍ਰੋਗਰਾਮ ਓਪਨ ਕਰਨ ਵਾਸਤੇ। ਸੋ ਇਸ ਤਰ੍ਹਾਂ ਅਸੀਂ ਸ਼ੋ ਡੈਸਕਟਾਪ ਸਾਰੇ ਦੇਖ ਲਏ ਨੇ, ਕਿਸ ਤਰ੍ਹਾਂ ਤੁਸੀਂ ਵਿੰਡੋ ਨੂੰ ਚਲਾਉਣਾ ਹੈ ਜਾਂ ਕਿਹੜੇ ਉਹਦੇ ਡਿਫਰੈਂਟ ਪਾਰਟਸ ਹੁੰਦੇ ਨੇ, ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਹੈ। ਸੋ ਹੁਣ ਤੁਸੀਂ ਬੱਚਿਓ ਇਹਨੂੰ ਚੰਗੀ ਤਰ੍ਹਾਂ ਇਸ ਪਾਠ ਨੂੰ ਪੜ੍ਹਨਾ ਹੈ, ਅਭਿਆਸ ਤੁਹਾਨੂੰ ਇਹਦੀ ਮਿਲ ਜੇਗੀ। ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਤੁਸੀਂ ਮੇਰੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਿਆ। ਮੈਂ ਆਸ ਕਰਦਾ ਹਾਂ ਕਿ ਪੂਰੇ ਚੈਪਟਰ ਬਾਰੇ ਤੁਹਾਨੂੰ ਜਾਣਕਾਰੀ ਮਿਲ ਗਈ ਹੋਏਗੀ। ਸੋ ਬੱਚਿਓ ਇਸ ਵੀਡੀਓ ਨੂੰ ਕੋਸ਼ਿਸ਼ ਕਰੋ ਆਪਣੇ ਦੂਸਰੇ ਸਾਥੀਆਂ ਨੂੰ ਵੀ ਭੇਜੋ ਤਾਂ ਕਿ ਸਾਰੇ ਬੱਚੇ ਇਹਦੇ ਵੀਡੀਓ ਦਾ ਲਾਭ ਲੈ ਸਕਣ। ਧੰਨਵਾਦ।